ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰੀਡਿੰਗ ਦੀ। ਤਾਂ ਅੱਜ ਦੀ ਜਿਹੜੀ ਰੀਡਿੰਗ ਹੈਗੀ ਉਹ ਆਪਣੇ ਕੋਲ ਕੀ ਹੈਗੀ ਆ, ਬ੍ਰਿਟੇਨ ਸੈਟ ਫॉर ਹੀਟ ਵੇਵ ਇਨ 2050। ਤਾਂ ਇਹਨਾਂ ਕਿਸੇ ਸਟੂਡੈਂਟ ਦਾ ਜਿਹੜਾ ਕਮੈਂਟ ਸੀਗਾ ਉਹ ਮੈਂ ਦੇਖਿਆ ਸੀਗਾ ਜਦੋਂ ਮੈਂ ਪੜ੍ਹਦੀ ਹੁੰਦੀ ਹਾਂ ਤਾਂ ਉਦੋਂ ਮੈਂ ਦੇਖਿਆ ਕਿ ਇਹ ਜਿਹੜੀ ਰੀਡਿੰਗ ਦਾ ਸੀਗਾ ਨੇਮ ਮੈਂਸ਼ਨ ਕਰਕੇ ਦੱਸਿਆ ਸੀਗਾ ਕਿ ਉਹਨਾਂ ਨੇ ਇਹ ਕੀਤੀ ਸੀਗੀ ਰੀਡਿੰਗ, ਉਹਨਾਂ ਨੂੰ ਜਿਹੜੀ ਕਾਫੀ ਡਿਫੀਕਲਟ ਲੱਗੀ। ਠੀਕ ਆ, ਤਾਂ ਇਸ ਲਈ ਮੈਂ ਸੋਚਿਆ ਕਿ ਇਹ 'ਤੇ ਆਪਾਂ ਜਿਹੜੀ ਵੀਡੀਓ ਬਣਾਈਏ। ਅਤੇ ਇੱਕ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਇਹ ਆ ਰਿਹਾ ਸੀਗਾ ਕਿ ਜਿਹੜਾ ਆਪਾਂ ਪੈਰਾਗ੍ਰਾਫ ਦੇ ਵਿੱਚ ਇਨਫੋਰਮੇਸ਼ਨ ਮੈਚ ਕਰਦੇ ਹੁੰਦੇ ਹੈ ਨਾ, ਤਾਂ ਲਿਸਟ ਆਫ ਹੈਡਿੰਗਸ, ਤਾਂ ਉਹਦੇ 'ਤੇ ਜਿਹੜੀ ਵੀਡੀਓ ਬਣਾਓ। ਕਾਫੀ ਸਾਰੇ ਸਟੂਡੈਂਟਸ ਨੂੰ ਉਹ ਪ੍ਰੋਬਲਮ ਆਉਂਦੀ ਆ। ਤਾਂ ਆਪਾਂ ਇਹ ਤਾਂ ਰੀਡਿੰਗ ਜਿਹੜੀ ਕਰਨੀ ਹੀ ਸੀਗੀ ਬ੍ਰਿਟੇਨ ਸੈਟ ਫॉर ਹੀਟ ਵੇਵ ਵਾਲੀ, ਹੈ ਨਾ। ਤਾਂ ਫਿਰ ਮੈਂ ਇਹ ਸੋਚਿਆ ਕਿ ਆਪਾਂ ਇਹੀ ਸੈਕਸ਼ਨ ਕਰ ਲੈਂਦੇ ਹੈਗੇ ਆ, ਹੈ ਨਾ, ਵੀ ਲਿਸਟ ਆਫ ਹੈਡਿੰਗਸ ਵੀ ਦੋਨੋਂ ਚੀਜ਼ਾਂ ਹੀ ਹੋ ਜਾਣਗੀਆਂ ਕਿ ਕਾਫੀ ਜਿਹੜੇ ਸਟੂਡੈਂਟਸ ਦੀ ਜਿਹੜੀ ਪ੍ਰੋਬਲਮ ਹੈਗੀ ਆ ਇੱਕ ਵੀਡੀਓ ਦੇ ਨਾਲ ਹੀ ਸੋਲਵ ਹੋ ਜੂਗੀ। ਤਾਂ ਅੱਜ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਜਿਹੜਾ ਕੀ ਗੱਲ ਕਰਨੀ ਹੈਗੀ ਟਿਪਸ ਐਂਡ ਟ੍ਰਿਕਸ ਦੀ ਕਰਨੀ ਹੈ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਦੱਸਦਾ ਕਿ ਜਿਹੜੀ ਵੀਡੀਓ ਦੀ ਲੈਂਥ ਹੈਗੀ ਉਹ ਥੋੜ੍ਹੀ ਜਿਹੀ ਲੰਮੀ ਹੋ ਸਕਦੀ ਹੈ, ਕਿਉਂਕਿ ਵੀਡੀਓ ਜਿਹੜੀ ਲੈਂਥ ਹੀ ਇਸ ਲਈ ਉਸਦੀ ਇੱਕ ਤਾਂ ਆਪਣੇ ਕੋਲ ਲਿਸਟ ਆਫ ਹੈਡਿੰਗ ਜਿਹੜਾ ਸੈਕਸ਼ਨ ਹੈਗਾ ਗਾ, ਹੈ ਨਾ, ਉਹਦੇ ਕਰਕੇ ਐਕਸਪਲੇਨ ਕਰਕੇ। ਅਤੇ ਇੱਕ ਜਿਹੜੇ ਅੱਜ ਆਪਣੇ ਕੋਲ ਕੁਐਸਚਨ ਹੈਗੇ 5। ਠੀਕ ਆ, ਜੇ ਤਾਂ ਮੈਨੂੰ ਲੱਗਾ ਵੀ 5 ਕੁਐਸਚਨ ਆਪਣੇ ਠੀਕ ਆ, ਜ਼ਿਆਦਾ ਲੈਂਥੀ ਨਹੀਂ ਹੋ ਰਹੀ ਵੀਡੀਓ, ਉਹਨੇ 'ਚ ਬਣ ਰਹੇ ਆ, ਤਾਂ ਆਪਾਂ ਓਨੀ ਕਰਾਂਗੇ। ਕਿਉਂਕਿ ਮੈਂ ਵੀਡੀਓ ਬਿਲਕੁਲ ਵੀ ਐਡਿਟ ਨਹੀਂ ਕਰਦੀ ਹੈਗੀ, ਵੀਡੀਓ ਕੱਟ ਨਹੀਂ ਕਰਦੀ, ਵਿੱਚ ਜਿਵੇਂ ਬਣ ਗਈ ਤੁਹਾਡੇ ਸਾਹਮਣੇ ਸੋਲਵ ਕਰਨੀ ਹੈਗੀ ਆ। ਠੀਕ ਆ, ਰੀਡਿੰਗ 'ਤੇ ਜੇ ਆਪਣੇ ਕੋਲ 5 ਕੁਐਸਚਨ ਆ, ਜੇ 3 ਨਹੀਂ ਤਾਂ ਫਿਰ ਆਪਾਂ ਇਹਨੂੰ ਡਿਵਾਈਡ ਕਰ ਲਾਂਗੇ। ਠੀਕ ਆ, 2 ਪਾਰਟਸ ਦੇ ਵਿੱਚ, ਇੱਕ ਵਾਰੀ ਇੱਕ ਵੀਡੀਓ ਅਤੇ ਦੂਸਰੀ ਵੀਡੀਓ ਦੇ ਵਿੱਚ ਦੂਸਰੀ 'ਚ। ਠੀਕ ਆ, ਤਾਂ ਇਸ ਲਈ ਆਪਾਂ 3 ਕਰ ਲਾਂਗੇ ਜਾਂ 2 ਕੁਐਸਚਨ ਕਰ ਲਾਂਗੇ ਜੇ ਮੈਨੂੰ ਲੱਗਾ ਜ਼ਿਆਦਾ ਲੈਂਥੀ। ਪਰ ਕੋਸ਼ਿਸ਼ ਕਰਾਂਗੇ ਆਪਾਂ ਕਿ ਜਿਹੜੇ 5 ਵੀ ਆਪਣੇ ਅਟੈਂਪਟ ਹੋ ਜਾਣ, ਜ਼ਿਆਦਾ ਲੈਂਥ ਨਾ ਹੋਵੇ। ਠੀਕ ਆ ਵੀਡੀਓ ਦੀ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਬ੍ਰਿਟੇਨ ਸੈਟ ਫॉर ਹੀਟ ਵੇਵ ਇਨ 2050। ਵੀ ਜਿਹੜਾ ਬ੍ਰਿਟੇਨ ਹੈਗਾ ਗਾ ਉਹ ਕੀ ਹੋ ਜਾਊਗਾ, ਹੀਟ ਵੇਵ ਲਈ, ਗਰਮ ਹਵਾਵਾਂ ਲਈ ਸੈੱਟ ਹੋ ਜਾਊਗਾ। ਕਿੰਨੇ ਵਿੱਚ? 2050 'ਚ, ਫਿਊਚਰ 'ਚ ਪ੍ਰੈਡਿਕਸ਼ਨ ਕੀਤੀ ਹੈਗੀ ਆ। ਠੀਕ ਆ, ਤਾਂ ਆਪਾਂ ਹੁਣ ਵਿਦਾਊਟ ਵੇਸਟਿੰਗ ਅ ਟਾਈਮ ਟਿਪਸ ਐਂਡ ਟ੍ਰਿਕਸ ਦੀ ਗੱਲ ਕਰਦੇ ਹਾਂ ਕਿ ਜਿਹੜਾ ਆਪਾਂ ਲਿਸਟ ਆਫ ਹੈਡਿੰਗਸ ਕਿਵੇਂ ਕਰਨਾ ਹੈ। ਠੀਕ ਆ, ਆਪਾਂ ਜਿਹੜੀ ਵੀਡੀਓ ਦੀ ਲੈਂਥ ਦੀ ਮਤਲਬ ਕਿ ਨਹੀਂ ਕਰਨੀ ਹੈਗੀ ਪਰਵਾਹ, ਆਪਾਂ ਬਸ ਇਹ ਕਰਨਾ ਹੈਗਾ ਕਿ ਜਿੰਨਾ ਮੈਂ ਸਮਝਾਵਾਂ, ਇੱਕ ਆਪਾਂ ਕਰੀਏ, ਹੈ ਨਾ, ਇੱਕ ਕੁਐਸਚਨ ਕਰੀਏ, 2 ਕਰੀਏ, 3 ਕਰੀਏ ਜਾਂ 5 ਹੀ ਕਰੀਏ। ਠੀਕ ਆ, ਆਪਾਂ ਪਰ ਇੰਨਾ ਕਿ ਜਿਹੜੇ ਤੁਸੀਂ ਦੇਖੋ ਜਾਂ ਸਮਝੋ ਉਹ ਤੁਹਾਨੂੰ ਸਮਝ ਆਉਣੇ ਚਾਹੀਦੇ ਆ। ਠੀਕ ਆ, ਅਤੇ ਮੈਂ ਪੂਰੀ ਟਰਾਈ ਕਰੂੰਗੀ ਕਿ ਆਪਾਂ ਸਮਝ ਗਏ। ਤਾਂ ਮੈਂ ਵੀ ਜਿਹੜੀ ਰੀਡਿੰਗ ਨਹੀਂ ਪੜ੍ਹੀ ਹੈਗੀ ਅਤੇ ਆਪਾਂ ਹੁਣੇ ਸੋਲਵ ਕਰਦੇ ਹਾਂ। ਤਾਂ ਆਪਣੇ ਕੋਲ ਕੀ ਹੈਗੀ ਹੈ, ਪੈਰਾਗ੍ਰਾਫ ਹੈਡਿੰਗਸ ਦਿੱਤੀਆਂ ਆਪਾਂ ਨੂੰ, ਅਤੇ ਅੱਗੇ ਆਪਣੇ ਕੋਲ ਕੀ ਦਿੱਤਾ ਹੈਗਾ ਗਾ, ਤਾਂ ਆਪਾਂ ਨੂੰ ਜਿਹੜੇ ਪੈਰਾਗ੍ਰਾਫ ਦਿੱਤੇ ਆ। ਠੀਕ ਆ, ਪੈਰਾਗ੍ਰਾਫ BCDEF। ਠੀਕ ਆ, ਅਤੇ A ਪੈਰਾਗ੍ਰਾਫ ਨਹੀਂ ਹੈਗਾ ਤਾਂ ਮਤਲਬ ਆਪਾਂ A ਨਹੀਂ ਪੜ੍ਹਨਾ ਹੈਗਾ। ਠੀਕ ਆ, B ਤੋਂ ਪੜ੍ਹਾਂਗੇ ਅਤੇ ਜੋ ਆਪਾਂ ਨੂੰ ਮਿਲੀ ਇਨਫੋਰਮੇਸ਼ਨ ਉਹ ਆਪਾਂ ਇਹਨਾਂ ਮੈਚ ਕਰਾਂਗੇ। ਪਹਿਲਾ ਇੱਕ ਤਰੀਕਾ ਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਇਹ ਕਰਦੇ ਹੈਗੇ ਆ ਕਿ ਜਿੱਦਾਂ ਆਪਣੇ ਕੋਲ ਪੈਰਾਗ੍ਰਾਫ B ਪੜ੍ਹਨਾ, ਆਪਾਂ 2-3 ਲਾਈਨਸ ਉੱਪਰੋਂ ਪੜ੍ਹ ਲਓ ਜਾਂ 2-3 ਲਾਈਨਸ ਨੀਚੇ ਪੜ੍ਹ ਲਓ, ਇੱਦਾਂ ਆਨਸਰ ਆ ਜਾਊਗਾ। ਠੀਕ ਆ, ਇਸ ਤਰੀਕੇ ਨਾਲ ਆਨਸਰ ਨਹੀਂ ਆਉਂਦਾ ਹੁੰਦਾ, ਕਿਉਂਕਿ ਤੁਹਾਨੂੰ ਨਹੀਂ ਪਤਾ, ਜਦੋਂ ਰੀਡਿੰਗ ਤੁਹਾਡੇ ਸਾਹਮਣੇ ਹੈਗੀ ਤੁਹਾਨੂੰ ਨਹੀਂ ਪਤਾ ਹੈਗਾ ਵੀ ਇਨਫੋਰਮੇਸ਼ਨ ਜਿਹੜੀ ਉੱਪਰ ਦਿੱਤੀ ਹੈ, ਨੀਚੇ ਦਿੱਤੀ ਹੈ ਜਾਂ ਵਿੱਚ ਦਿੱਤੀ ਹੈਗੀ ਹੈ। ਠੀਕ ਆ, ਅਤੇ ਇੱਕ ਜਿਹੜੀ ਆਪਣੇ ਕੋਲ ਇੰਨੀ ਜਿਹੜੀ ਹਰ ਇੱਕ ਸਟੂਡੈਂਟ ਦੀ ਇੰਨੀ ਪਕੜ ਨਹੀਂ ਹੁੰਦੀ ਇਸ ਲੈਂਗੁਏਜ ਦੀ, ਹੈ ਨਾ, ਕਿਉਂਕਿ ਜਿਹੜੀ ਆਪਣੀ ਇੰਗਲਿਸ਼ ਆਪਣੀ ਲੈਂਗੁਏਜ ਨਹੀਂ, ਤਾਂ ਇਸ 'ਤੇ ਜਿਹੜੀ ਇੰਨੀ ਪਕੜ ਨਹੀਂ ਹੁੰਦੀ ਹੈਗੀ ਕਿ ਤੁਸੀਂ 2-3 ਲਾਈਨਾਂ ਪੜ੍ਹ ਕੇ ਦੇਖ ਲਓ, ਅੰਦਾਜ਼ਾ ਲਾ ਲਓ ਕਿ ਆਹ ਵਾਲਾ, ਹੈ ਨਾ, ਇਹਦੇ ਵਿੱਚ ਦੱਸੀ ਹੋਊਗੀ ਇਨਫੋਰਮੇਸ਼ਨ, ਤਾਂ ਉਸ ਤਰੀਕੇ ਨਾਲ ਜਿਹੜਾ ਗਲਤ ਹੋ ਜਾਊਗਾ। ਅਤੇ ਇਸ ਲਈ ਆਪਾਂ ਕੀ ਕਰਨਾ ਹੈਗਾ ਗਾ, ਸਾਰਾ ਜਿਹੜਾ ਪੈਰਾਗ੍ਰਾਫ ਪੜ੍ਹਨਾ। ਅਤੇ ਆਪਾਂ ਇਹਦੇ ਲਈ ਇਹ ਬੈਨੀਫਿਟ ਵੀ ਹੋ ਜਾਂਦਾ ਆਪਣਾ, ਜਦੋਂ ਆਪਾਂ ਸਾਰਾ ਪੜ੍ਹਾਂਗੇ ਤਾਂ ਜਿਹੜੇ ਅਗਲੇ ਕੁਐਸਚਨ ਹੁੰਦੇ ਆਪਣੇ ਉਹ ਵੀ ਈਜ਼ੀਲੀ ਸੋਲਵ ਹੋ ਜਾਂਦੇ ਆਪਣੇ, ਹੈ ਨਾ। ਤਾਂ ਚੱਲਦੇ ਹਾਂ ਹੁਣ ਪੈਰਾਗ੍ਰਾਫ B 'ਤੇ। ਕੁਛ ਨਹੀਂ ਕਰਨਾ, ਪਹਿਲਾਂ ਜਿਹੜੀਆਂ ਆਪਣੇ ਕੋਲ ਜਿਹੜੀਆਂ ਟਿਪਸ ਇਹੀ ਕਹਿੰਦੀਆਂ ਹੈਗੀਆਂ ਕਿ ਆਹ ਬਿਲਕੁਲ ਨਹੀਂ ਪੜ੍ਹਨੀਆਂ। ਠੀਕ ਆ, ਹੈਡਿੰਗਸ ਤੁਸੀਂ ਨਹੀਂ ਪੜ੍ਹਨੀਆਂ, ਇਹਨਾਂ ਨੂੰ ਇਗਨੋਰ ਕਰੋ, ਸਿੱਧਾ B ਪੈਰਾਗ੍ਰਾਫ 'ਤੇ ਚੱਲੋ। ਠੀਕ ਆ, ਤਾਂ ਦੇਖਦੇ ਹਾਂ B ਪੈਰਾਗ੍ਰਾਫ ਕਿੱਥੇ ਆਪਣੇ ਕੋਲ, ਤਾਂ ਪੜ੍ਹਨਾ ਸਟਾਰਟ ਕਰਦੇ ਹਾਂ ਆਪਾਂ। ਠੀਕ ਆ, ਇੱਕ ਲਾਈਨ ਦੱਸੂਗੀ ਤੁਹਾਨੂੰ। ਰਿਗਾਰਡਲੈਸ ਆਫ ਦਾ ਇਫੈਕਟਸ ਆਫ ਗਲੋਬਲ ਵਾਰਮਿੰਗ ਇਟ ਸੀਮਸ ਐਜ਼ ਹਾਊ ਵੀ ਕੈਨ expect the average temperature in UK to increase by 1.5 Celsius। ਤਾਂ ਪਹਿਲਾਂ ਕੀ ਕਹਿ ਦਿੱਤਾ, ਉਹ ਕਹਿੰਦੇ ਬਿਨਾਂ ਪ੍ਰਵਾਹ ਕੀਤੇ ਗਲੋਬਲ ਵਾਰਮਿੰਗ ਦੇ ਜਿਹੜੇ ਇਫੈਕਟ ਹੈਗੇ ਉਹਨਾਂ ਦੀ ਪ੍ਰਵਾਹ ਕੀਤੇ ਬਿਨਾਂ ਅਸੀਂ ਇਹ ਐਕਸਪੈਕਟ ਕਰ ਸਕਦੇ ਹਾਂ, ਇਹ ਮਤਲਬ ਸੋਚ ਸਕਦੇ ਹਾਂ ਵੀ ਇਹ ਹੋਊਗਾ। ਠੀਕ ਆ, ਐਕਸਪੈਕਟ ਕਰ ਸਕਦੇ ਹਾਂ ਕਿ ਜਿਹੜਾ ਟੈਂਪਰੇਚਰ ਆ, ਹੈ ਨਾ, ਉਹ ਕੀ ਹੋਊਗਾ UK ਦੇ ਵਿੱਚ ਇੰਕਰੀਜ਼ ਹੋਊਗਾ। ਕਿੰਨਾ ਹੋਊਗਾ? 1.5 ਸੈਲਸੀਅਸ ਜਿਹੜਾ ਹੋਰ ਇੰਕਰੀਜ਼ ਹੋ ਜਾਊਗਾ, ਜਿੰਨਾ ਹੈਗਾ ਉਸ ਤੋਂ ਜ਼ਿਆਦਾ ਇੰਕਰੀਜ਼ ਹੋ ਜਾਊਗਾ। ਠੀਕ ਆ, ਇਹ ਐਕਸੈਪਟੇਸ਼ਨ ਆ, ਉਹ ਕਹਿੰਦਾ ਹੋ ਸਕਦਾ ਇਨ ਫਿਊਚਰ। ਠੀਕ ਆ, ਇਨ ਪਾਰਟਸ ਆਫ ਦਾ UK ਦੇ ਕੁਝ ਪਾਰਟਸ ਵਿੱਚ ਵੀ ਕੈਨ ਆਲਸੋ ਐਕਸਪੈਕਟ ਰੇਨਫਾਲ ਟੂ ਡਿਕਰੀਜ਼। ਤਾਂ ਅਸੀਂ ਇਹ ਵੀ ਐਕਸਪੈਕਟ ਕਰ ਸਕਦੇ ਹਾਂ ਕਿ ਜਿਹੜੀ ਰੇਨਫਾਲ ਹੈਗੀ ਆ, ਠੀਕ ਆ, ਉਹ ਵੀ ਡਿਕਰੀਜ਼ ਹੋ ਜਾਊਗੀ। ਠੀਕ ਆ, ਕੁਛ ਕੁ ਹਿੱਸਿਆਂ ਦੇ ਵਿੱਚ UK ਦੇ। Probably this will be most apparent in the south and east of Britain where rainfall is already the lowest in the UK। ਤਾਂ ਇਹ ਜ਼ਿਆਦਾਤਰ ਕਿੱਥੇ ਸਪਸ਼ਟ ਹੋਊਗਾ? ਠੀਕ ਆ,
ਤਾਂ ਇੱਥੇ ਕਹਿੰਦੇ ਪ੍ਰੋਬਲੀ ਦਿਸ ਵਿਲ ਬੀ ਦ ਮੋਸਟ ਅਪੈਰੈਂਟ ਮਤਲਬ ਕਹਿੰਦੇ ਜ਼ਿਆਦਾ ਕਿੱਥੇ ਸਪਸ਼ਟ ਹੋਊਗਾ, ਸਾਊਥ ਤੇ ਈਸਟ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਊਗਾ, ਠੀਕ ਆ। ਵਿਲ ਵੀ ਆਇਆ ਇਨ ਫਿਊਚਰ ਦੀ ਗੱਲ ਕਰ ਰਹੇ, ਐਕਸੈਪਟੇਸ਼ਨ ਦੱਸ ਰਹੇ ਆ ਕਿ ਵੀ ਜਿਹੜਾ ਇਹਦੇ ਵਿੱਚ ਮਤਲਬ ਕਿ ਆਹ ਵਾਲੀਆਂ ਚੇਂਜਸ ਜਿਹੜੀਆਂ ਹੋ ਜਾਣਗੀਆਂ, ਠੀਕ ਆ। ਮਤਲਬ ਕਿ ਜਿਹੜਾ ਯੂਕੇ ਦਾ ਟੈਂਪਰੇਚਰ ਆ ਉਹਦੇ ਵਿੱਚ ਇਹ ਚੀਜ਼ਾਂ ਹੋਣਗੀਆਂ, ਠੀਕ ਆ। ਉਹ ਕਹਿੰਦੇ ਇੱਕ ਤਾਂ ਇਨਕਰੀਜ਼ ਹੋ ਜਾਊਗਾ, ਇੱਕ ਕੀ ਹੋ ਜਾਊਗਾ, ਜਿਹੜੀ ਰੇਨਫੋਲ ਹੈਗੀ ਉਹ ਡਿਕਰੀਜ਼ ਹੋ ਜਾਊਗੀ, ਠੀਕ ਆ, ਕੁਛ ਹਿੱਸਿਆਂ ਵਿੱਚ ਯੂਕੇ ਦੇ। It looks as how parts of the UK may be prone to drought by the middle of the next century। ਤਾਂ ਡਰਾਟ ਜਿਹੜੇ ਸੋਕਾ ਹੈਗਾ ਗਾ ਉਹਦੀ ਆਉਣ ਦੀ ਵੀ ਜਿਹੜੀ ਹੈਗੀ ਸੰਭਾਵਨਾ ਹੈਗੀ ਆ ਮਿਡਲ ਆਫ ਦਾ ਨੈਕਸਟ ਸੈਂਚੁਰੀ, ਜਿਹੜੀ ਨੈਕਸਟ ਸੈਂਚੁਰੀ ਆਊਗੀ ਉਹਦੇ ਅੱਧ ਦੇ ਵਿੱਚ ਵਿਚਕਾਰ ਜਾ ਕੇ, ਠੀਕ ਆ, ਹੋ ਸਕਦਾ ਕਿ ਸੋਕਾ ਪੈ ਜਾਵੇ, ਠੀਕ ਆ। ਦਿਸ ਹੈਜ਼ already been noticed in the English wine making industry, ਠੀਕ ਆ। ਕੋਈ ਇੰਡਸਟਰੀ ਦੱਸ ਦਿੱਤੀ ਉਹਨਾਂ ਨੇ, ਉਹ ਕਹਿੰਦੇ ਉੱਥੇ ਆਲਰੇਡੀ ਜਿਹੜਾ ਨੋਟਿਸ ਕਰ ਲਿਆ ਗਿਆ ਹੈ, ਠੀਕ ਆ, ਵੀ ਉਹਨਾਂ ਨੇ ਕਰ ਲਿਆ, ਇਹ ਨੋਟਿਸ ਵੀ ਹੋਊਗਾ, ਠੀਕ ਆ। ਇੰਨਾ ਪੜ੍ਹ ਲਿਆ। ਅੱਗੇ ਕੀ ਆਪਣੇ ਕੋਲ ਜੋਹਨ ਗੋਰੇ ਬਿਲਗਮ, ਕਿਸੇ ਪਰਸਨ ਦਾ ਜਿਹੜਾ ਨੇਮ ਦਿੱਤਾ ਗਾ, ਆਪਾਂ ਨੂੰ ਨਹੀਂ ਮਤਲਬ ਹੈਗਾ ਕੁਛ ਵੀ, ਹੂ ਮੇਕਸ ਦਾ ਅਵਾਰਡ ਵਿਨਿੰਗ ਕਾਰਟਰ ਕੈਸਲ ਸਪਾਰਕਲਿੰਗ ਵਾਈਨ, ਠੀਕ ਆ। ਅਤੇ ਜਿਹੜਾ ਕਿ ਉਹ ਅਵਾਰਡ ਜਿੱਤਿਆ ਸੀਗਾ ਜਿਹਨੇ ਕਿ ਸਪਾਰਕਲਿੰਗ ਕੋਈ ਵਾਈਨ ਹੈਗੀ ਉਹਦੇ ਬਣਾਉਣ 'ਤੇ ਜਾਂ ਕੁਛ ਵੀ ਆ, ਹੈ ਨਾ। ਤਾਂ ਉਹਦਾ ਪਰਸਨ ਦੀ ਐਗਜ਼ਾਮਪਲ ਦਿੱਤੀ ਆ। ਹੈਜ਼ ਨੋਟਿਸ ਦੈਟ ਹਿਜ਼ ਗ੍ਰੇਪਸ, ਤਾਂ ਉਹਨੇ ਕੀ ਨੋਟਿਸ ਕੀਤਾ, ਉਸ ਪਰਸਨ ਨੇ ਕੀ ਨੋਟਿਸ ਕੀਤਾ ਹੈਗਾ ਕਿ ਜਿਹੜਾ ਉਹਦੇ ਗ੍ਰੇਪਸ ਹੈਗੇ ਆ, ਠੀਕ ਆ, ਅੰਗੂਰ ਹੈਗੇ ਆ, ਉਹ ਰਾਈਪਨ, ਠੀਕ ਆ, ਰਾਈਪਨ ਹੁੰਦਾ ਪੱਕਣਾ, ਠੀਕ ਆ, 2 or 3 weeks earlier than they did when he started the vineyard। ਵਾਈਨਯਾਰਡ ਹੁੰਦਾ ਜਿਹੜਾ ਅੰਗੂਰਾਂ ਦਾ, ਆਪਾਂ ਕੀ ਕਹਿ ਸਕਦੇ ਹਾਂ, ਬਗੀਚਾ ਕਹਿ ਸਕਦੇ, ਠੀਕ ਆ। ਲਾਈਕ ਜਿੱਦਾਂ ਜਿੱਥੇ ਅੰਗੂਰ ਉਗਾਉਂਦੇ ਹੈਗੇ ਉਹ ਜਿਹੜਾ ਬਗੀਚਾ ਜਿਹਾ ਹੋ ਗਿਆ ਇੱਕ ਹਿਸਾਬ ਦਾ, ਉਹਨੂੰ ਵਾਈਨਯਾਰਡ ਕਹਿੰਦੇ ਆ, ਠੀਕ ਆ। ਤਾਂ ਉਹ ਕੀ ਕਹਿੰਦਾ, ਉਹਨੇ ਇਹ ਚੀਜ਼ ਨੋਟਿਸ ਕੀਤੀ ਹੈ ਕਿ ਜਿਹੜੇ ਉਹਦੇ ਗ੍ਰੇਪਸ ਹੈਗੇ ਆ, ਹੈ ਨਾ, ਉਹ ਨਾ 2 ਤੋਂ 3 ਹਫ਼ਤੇ ਜਿਹੜਾ ਜਲਦੀ ਨਾਲ ਪੱਕਣ ਲੱਗ ਗਏ ਆ, ਠੀਕ ਹੈ। ਜਿਵੇਂ ਹੁਣ ਮੰਨ ਲਓ ਜੇ 5 ਹਫ਼ਤਿਆਂ 'ਚ ਪੱਕਦੇ ਸੀਗੇ, ਹੈ ਨਾ, ਅਤੇ ਉਹ 2 ਹਫ਼ਤਿਆਂ 'ਚ ਪੱਕਣ ਲੱਗ ਗਏ, ਠੀਕ ਆ। ਦੈਨ ਦੇ ਡਿਡ ਵੈਨ ਹੀ ਸਟਾਰਟਡ, ਤਾਂ ਜਦੋਂ 1955 ਦੇ ਵਿੱਚ ਉਹਨੇ ਸਟਾਰਟ ਹੀ ਕੀਤਾ ਸੀਗਾ ਨਾ ਵਾਈਨਯਾਰਡ, ਜਾਣੀ ਕਿ ਅੰਗੂਰ ਉਗਾਉਣੇ ਸਟਾਰਟ ਕੀਤੇ ਸੀਗੇ, ਹੈ ਨਾ, ਉਹਦੇ ਨਾਲੋਂ ਹੁਣ ਦਾ ਟਾਈਮ ਦੱਸ ਰਿਹਾ, ਠੀਕ ਆ। ਹੁਣ ਦੇਖੋ ਆਪਾਂ ਓਵਰਆਲ ਬੀ ਪੈਰਾਗ੍ਰਾਫ ਦੇ ਵਿੱਚ ਕੀ ਪੜ੍ਹਿਆ, ਜੋ ਤੁਸੀਂ ਇਹਨੂੰ ਇਕੱਲੇ ਪੜ੍ਹੋਗੇ ਉਦੋਂ ਇੰਨਾ ਟਾਈਮ ਨਹੀਂ ਲੱਗੂਗਾ। ਹੁਣ ਮੈਂ ਤੁਹਾਨੂੰ ਇੱਕ ਵਰਡ ਜਿਹੜਾ ਦੱਸ ਰਹੀ ਹਾਂ, ਮੀਨਿੰਗ ਦੱਸ ਰਹੀ ਹਾਂ, ਇਸ ਲਈ ਟਾਈਮ ਲੱਗ ਰਿਹਾ, ਠੀਕ ਆ। ਜੋ ਤੁਸੀਂ ਇਕੱਲੇ ਪੜ੍ਹਦੇ ਹੁੰਦੇ ਆ, ਤੁਸੀਂ ਕਰਦੇ ਆ ਰੀਡਿੰਗ, ਹੈ ਨਾ, ਡੇਲੀ, ਤਾਂ ਉਹਦੇ ਆਪਾਂ ਨੂੰ ਇੰਨਾ ਟਾਈਮ ਨਹੀਂ ਲੱਗਦਾ ਗਾ, ਠੀਕ ਆ। ਤਾਂ ਆਪਾਂ ਕੀ ਦੇਖਿਆ, ਜਿਹੜਾ ਕਿ ਉਹਨਾਂ ਨੇ ਐਕਸੈਪਟੇਸ਼ਨ ਦੱਸੀ ਜਾ ਰਹੀ ਆ ਉਹ, ਠੀਕ ਆ, ਵੀ ਮਤਲਬ ਕਿ ਜਿਹੜਾ ਹੈਗਾ ਗਾ ਉਹਦੇ ਵਿੱਚ ਯੂਕੇ ਦੇ ਵਿੱਚ ਇੱਦਾਂ ਦਾ ਹੋ ਜਾਏਗਾ, ਠੀਕ ਆ। ਤਾਂ ਹੁਣ ਉਹਨੇ ਆਪਾਂ ਨੂੰ ਲਾਸਟ ਦੀ ਇੱਕ ਪਰਸਨ ਐਗਜ਼ਾਮਪਲ ਦਿੱਤੀ, ਉਹਨੇ ਕਿਹਾ ਵੀ ਅਰਲੀਅਰ ਪੱਕਣ ਲੱਗ ਗਏ ਹੈਗੇ ਅੰਗੂਰ, ਹੋ ਸਕਦਾ ਇਨ ਫਿਊਚਰ ਦੇ ਵਿੱਚ ਹੋਰ ਜ਼ਿਆਦਾ ਅਰਲੀਅਰ ਪੱਕਣ ਲੱਗ ਜਾਣ, ਠੀਕ ਆ। ਤਾਂ ਉਹ ਕਹਿੰਦੇ ਜਿਹੜਾ ਇਨਕਰੀਜ਼ ਹੋ ਜਾਊਗਾ, ਠੀਕ ਆ, ਜਿਹੜਾ ਹੈਗਾ ਗਾ ਮਤਲਬ ਟੈਂਪਰੇਚਰ ਇਨਕਰੀਜ਼ ਹੋ ਜਾਊਗਾ, ਜਿਹੜੀ ਰੇਨਫੋਲ ਹੈਗੀ ਉਹ ਡਿਕਰੀਜ਼ ਹੋ ਜਾਊ। ਅਤੇ ਕੁਛ ਜਿਹੜੇ ਹਿੱਸਿਆਂ ਦੇ ਵਿੱਚ, ਕੁਛ ਹਿੱਸਿਆਂ, ਨਾਟ ਕਿ ਸਾਰੇ ਯੂਕੇ ਦੇ ਵਿੱਚ, ਕੁਛ ਕੁ ਹਿੱਸਿਆਂ ਦੇ ਵਿੱਚ ਜਿਹੜਾ ਕੀ ਆ ਸੋਕਾ ਵੀ ਹੋ ਸਕਦਾ। ਤਾਂ ਹੁਣ ਆਪਾਂ ਚੱਲਦੇ ਹੈਗੇ ਹਾਂ ਜਿਹੜੀਆਂ ਆਪਣੇ ਕੋਲ ਹੈਡਿੰਗਸ ਆ, ਠੀਕ ਆ। ਤਾਂ ਹੈਡਿੰਗਸ ਆਪਣੇ ਕੋਲ ਇਹ ਪਈਆਂ, ਇੱਥੋਂ ਚੱਲਦੇ ਆਪਾਂ ਲਾਸਟ ਵਾਲੀ ਤੋਂ ਕਰਦੇ ਹਾਂ ਸਟਾਰਟ, 8th ਵਾਲੀ ਤੋਂ। ਵੈਦਰ ਬਲੋਕਿੰਗ ਇਨ ਦਾ ਪਾਸਟ, ਦੇਖੋ ਪਾਸਟ ਦੀ ਗੱਲ ਜਮਾਂ ਲਾਸਟ ਦੇ ਵਿੱਚ ਹੋਈ ਸੀਗੀ, ਉਹ ਵੀ ਉਹ ਪਰਸਨ ਨੇ ਕਿਹਾ ਸੀਗਾ ਕਿ ਮੈਂ ਜਿਹੜਾ ਮਤਲਬ 1955 ਦੇ ਵਿੱਚ ਜਦੋਂ ਉਗਾਏ ਸੀਗੇ, ਹੈ ਨਾ, ਅੰਗੂਰ, ਅਤੇ ਉਦੋਂ ਕੀ ਸੀਗਾ ਵੀ ਮਤਲਬ ਕਿ ਲੇਟ ਪੱਕਦੇ ਸੀ, ਹੁਣ ਜਲਦੀ ਪੱਕਦੇ ਆ। ਤਾਂ ਕੋਈ ਵੈਦਰ ਬਲੋਕਿੰਗ ਦੀ ਕੋਈ ਗੱਲ ਨਹੀਂ ਹੋਈ, ਠੀਕ ਆ। ਤਾਂ ਇਸ ਲਈ ਆਪਣਾ ਜਿਹੜਾ ਇਹ ਕੱਟਿਆ ਗਿਆ। ਪਾਸਟ ਵਿੱਚ ਵੀ ਉਹਨੇ ਸਿਰਫ ਅੰਗੂਰਾਂ ਦੇ ਬਾਗ ਦੀ ਗੱਲ ਕੀਤੀ, ਹੋਰ ਕੋਈ ਨਹੀਂ ਗੱਲ ਕੀਤੀ ਹੈਗੀ, ਠੀਕ ਆ। ਤਾਂ ਇਹ ਵੀ ਕੱਟਿਆ ਗਿਆ। ਅੱਗੇ ਆਪਣੇ ਕੋਲ ਕੀ ਮੈਟ ਆਫਿਸ ਫੋਰਕਾਸਟ, ਤਾਂ ਇਹ ਤਾਂ ਆਪਣੇ ਕੋਲ ਗੱਲ ਹੀ ਨਹੀਂ ਹੋਈ, ਠੀਕ ਆ, ਕੋਈ ਆਫਿਸ ਦੀ ਗੱਲ ਨਹੀਂ ਹੋਈ, ਤਾਂ ਇਹ ਵੀ ਕੱਟਿਆ ਗਿਆ ਆਪਣੇ ਕੋਲੇ। ਤਾਂ ਆਪਣੇ ਕੋਲ ਜਿਹੜਾ ਹੁਣ ਨੈਕਸਟ ਜਿਹੜੀ ਹੈਗੀ ਆ ਉਹ ਕੀ ਆ, ਦਾ ਵੈਦਰ ਨਾਓ। ਹੁਣ ਉਹ ਇਸ ਟਾਈਮ ਦੇ ਵੈਦਰ ਦੀ ਗੱਲ ਕਰ ਰਹੇ ਸੀ, ਨਹੀਂ, ਉਹ ਤਾਂ ਦੱਸ ਰਹੇ ਸੀਗੇ ਵਿਲ ਵੀ ਲਾਇਆ ਸੀਗਾ ਉਹਨਾਂ ਦਾ, ਵੀ ਇਨ ਫਿਊਚਰ ਜੋ ਹੋਏਗਾ, ਠੀਕ ਆ। ਇਸ ਤਰੀਕੇ ਨਾਲ ਇਹ ਵੀ ਆਪਣਾ ਕੱਟਿਆ ਗਿਆ। ਹੁਣ ਅੱਗੇ ਆਪਣੇ ਕੋਲ ਕੀ ਹੈਗਾ, ਦਾ ਵੈਦਰ ਨਾਓ ਐਂਡ ਇਨ ਦਾ ਫਿਊਚਰ। ਤੁਹਾਨੂੰ ਕਨਫਿਊਜ਼ ਕਰਨ ਲਈ ਇਹ ਵੀ ਦੱਸਿਆ ਵਾ ਇਨ ਫਿਊਚਰ, ਠੀਕ ਆ। ਹਾਂ, ਇਨ ਫਿਊਚਰ ਦੀ ਹੋ ਰਹੀ ਸੀ ਗੱਲ, ਆਪਾਂ ਕਰ ਰਹੇ ਸੀਗੇ ਵੀ ਇਹ ਵਾਲਾ ਹੋ ਜੂ, ਪਰ ਉਹਨਾਂ ਨੇ ਵੈਦਰ ਨਾਓ ਵੀ ਨਹੀਂ ਦੱਸਿਆ ਸੀਗਾ, ਠੀਕ ਆ। ਦੋਨੇ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਵੀ ਦੋਨੋਂ ਹੀ ਪੈਰਾਗ੍ਰਾਫ ਦੇ ਵਿੱਚ ਦੱਸੀਆਂ ਹੋਣ, ਫਿਰ ਉਸ ਪੈਰਾਗ੍ਰਾਫ ਦੀ ਇਹ ਹੈਡਿੰਗ ਬਣੂਗੀ, ਠੀਕ ਆ। ਤਾਂ ਇੱਥੇ ਉਹਨਾਂ ਨੇ ਆਪਾਂ ਨੂੰ ਜਸਟ ਇਹ ਗੱਲ ਦੱਸ ਦਿੱਤੀ ਕਿ ਜਿਹੜਾ ਵੈਦਰ ਨਾਓ, ਜੇ ਇੱਥੇ ਵੈਦਰ ਨਾਓ ਨਾ ਹੁੰਦਾ, ਇਨ ਫਿਊਚਰ ਹੁੰਦਾ, ਤਾਂ ਆਪਾਂ ਲਾ ਦੇਣਾ ਸੀਗਾ, ਠੀਕ ਆ। ਕਿਉਂਕਿ ਇੱਥੇ ਵੈਦਰ ਨਾਓ ਵੀ ਹੈਗਾ, ਉਹਨਾਂ ਨੇ ਆਪਾਂ ਨੂੰ ਕੋਈ ਨਹੀਂ ਦੱਸਿਆ ਕਿ ਹੁਣ ਵੈਦਰ ਇਹ ਹੈਗਾ ਗਾ, ਬਸ ਉਹ ਇਹ ਦੱਸੀ ਜਾ ਰਹੇ ਵੀ ਇੰਕਰੀਜ਼ ਹੋ ਜਾਏਗਾ, ਹੈ ਨਾ, ਰੇਨਫੋਲ ਡਿਕਰੀਜ਼ ਹੋ ਜਾਏਗੀ। ਫਿਰ ਉਹਨਾਂ ਨੇ ਕਹਿ ਦਿੱਤਾ ਕਿ ਅਰਲੀਅਰ ਪੱਕਣ ਲੱਗ ਜਾਣਗੇ ਜਾਂ ਕੁਛ ਵੀ ਹੈ, ਠੀਕ ਆ। ਤਾਂ ਆਪਣੀ ਜਿਹੜੀ ਵੈਦਰ ਨਾਓ ਦੀ ਗੱਲ ਨਹੀਂ ਹੋਈ ਸੀ, ਇਹ ਵੀ ਕੱਟਿਆ ਗਿਆ। ਹੁਣ ਆਪਣੇ ਕੋਲ ਰਿਕਾਰਡ ਯੂਕੇ ਕੋਈ ਟੈਂਪਰੇਚਰ ਦਾ ਰਿਕਾਰਡ ਸ਼ੋ ਕੀਤਾ ਉਹਨਾਂ ਨੇ ਆਪਾਂ ਨੂੰ, ਵੀ ਮਤਲਬ ਇਸ ਈਅਰ 'ਚ ਇੰਨਾ ਸੀਗਾ, ਇਸ ਈਅਰ 'ਚ ਇੰਨਾ ਸੀਗਾ, ਜਾਂ ਇਸ ਮੰਥ ਵਿੱਚ ਇਹ ਸੀਗਾ, ਹੈ ਨਾ, ਜਾਂ ਕੁਛ ਵੀ, ਕੋਈ ਰਿਕਾਰਡ ਨਹੀਂ ਨਾ ਸ਼ੋ ਕੀਤਾ ਆਪਣਾ, ਜਿਹੜਾ ਇਹ ਵੀ ਕੱਟਿਆ ਗਿਆ ਆਪਸ਼ਨ, ਠੀਕ ਆ। ਤਾਂ ਅੱਗੇ ਕੀ ਹੈ, ਦਾ ਹਾਈਜ਼ ਐਂਡ ਲੋਜ਼ ਆਫ ਵੈਦਰ। ਤਾਂ ਉਹਨਾਂ ਨੇ ਆਪਾਂ ਨੂੰ ਸਿਰਫ ਇਹੀ ਦੱਸਿਆ ਹੈਗਾ ਕਿ ਜਿਹੜਾ ਟੈਂਪਰੇਚਰ ਇਨਕਰੀਜ਼ ਹੋਊਗਾ, ਕੁਛ ਕਿਤੇ ਦੱਸਿਆ ਉਹਨਾਂ ਨੇ ਕਿ ਟੈਂਪਰੇਚਰ ਲੋ ਹੋ ਜਾਊਗਾ ਜਾਂ ਹੋ ਜਾਊਗਾ, ਨਹੀਂ। ਤਾਂ ਇਕੱਲਾ ਆਪਣੇ ਕੋਲ ਸਿਰਫ ਹਾਈ ਦਾ ਸੀਗਾ, ਅਤੇ ਇਹ ਵੀ ਨਹੀਂ ਆਊਗਾ, 3rd ਵੀ ਨਹੀਂ ਆਪਸ਼ਨ ਆਊਗੀ ਆਪਣੀ, ਠੀਕ ਆ।
ਤਾਂ ਹੁਣ ਆਪਣੇ ਕੋਲ ਕੀ ਹੈਗਾ ਗਾ ਦ ਫਸਟ ਦੇਖ ਲੈਂਦੇ ਆਪਾਂ ਦ ਪ੍ਰੋਸੈਸ ਆਫ ਬਲੌਕਡ ਪੈਟਰਨ। ਤਾਂ ਦੇਖੋ ਕੋਈ ਬਲੌਕ ਪੈਟਰਨ ਦੀ ਗੱਲ ਨਹੀਂ ਨਾ, ਉਹੀ ਕੋਈ ਪ੍ਰੋਸੈਸ ਦੱਸਿਆ ਕਿ ਇਸ ਤਰ੍ਹਾਂ ਜਿਹੜੇ ਬਲੌਕ ਹੋਏ ਆ ਪੈਟਰਨ ਜਾਂ ਕੁਛ ਵੀ ਨਹੀਂ, ਠੀਕ ਆ। ਤਾਂ ਆਪਣਾ ਜਿਹੜੀ ਫਸਟ ਆਪਸ਼ਨ ਵੀ ਕੱਟੀ ਗਈ। ਤਾਂ ਆਪਸ਼ਨ ਆਪਣੇ ਕੋਲ ਜਿਸ ਲੈਫਟ ਬਚੀ ਹੈਗੀ ਆ ਉਹ ਸੈਕਿੰਡ ਆ, ਉਹ ਕੀ ਹੈ ਬੈਟਰ ਵੈਦਰ ਇਨ ਬ੍ਰਿਟੇਨ ਸੂਨ। ਤਾਂ ਉਹ ਕੀ ਕਹਿ ਰਹੇ ਆ, ਦੇਖੋ ਉਹਨਾਂ ਨੇ ਆਪਾਂ ਨੂੰ ਕੋਈ ਨੈਗੇਟਿਵ ਸਾਈਡ ਨਹੀਂ ਨਾ ਦੱਸੀ ਹੈਗੀ ਕਿ ਉਹਦੀ ਵੀ ਜਿਹੜਾ ਵੈਦਰ ਅੱਗੇ ਆਊਗਾ ਉਹਦੇ ਵਿੱਚ ਕੁਛ ਨੈਗੇਟਿਵ ਹੋ ਜਾਊਗਾ, ਹੈ ਨਾ। ਤਾਂ ਉਹਨਾਂ ਨੇ ਸਿਰਫ ਆਪਾਂ ਨੂੰ ਇਹ ਦੱਸਿਆ, ਇੱਕ ਹੀ ਲਾਈਨ 'ਚ ਇਹ ਦੱਸਿਆ ਸੀਗਾ ਕਿ ਯੂਕੇ ਦੇ ਵਿੱਚ ਹੋ ਸਕਦਾ ਹੈ ਨਾ ਵੀ ਕਿਤੇ ਜਿਹੜਾ ਸੋਕਾ ਪੈ ਜਾਵੇ, ਪਰ ਉਹਨਾਂ ਨੇ ਇਹੀ ਕਿਹਾ ਕਿ ਰੇਨਫੋਲ ਡਿਕਰੀਜ਼ ਹੋਊਗੀ ਤਾਂ ਜਿਹੜਾ ਟੈਂਪਰੇਚਰ ਇੰਕਰੀਜ਼ ਹੋਊਗਾ, ਠੀਕ ਆ। ਤਾਂ ਕੋਈ ਨੈਗੇਟਿਵ ਸਾਈਡ ਨਹੀਂ ਦੱਸੀ ਸੀ, ਤਾਂ ਐਕਸੈਪਟੇਸ਼ਨ ਦੱਸ ਰਹੇ ਸੀ ਨਾ ਉਹ। ਤਾਂ ਇੱਥੇ ਕੀ ਆਪਣੇ ਕੋਲ ਬ੍ਰਿਟੇਨ ਸੂਨ, ਤਾਂ ਸੂਨ ਮਤਲਬ ਕਿ ਜਲਦੀ ਹੀ ਇਹ ਹੋ ਸਕਦਾ ਹੈ ਨਾ। ਤਾਂ ਆਪਣੀ ਜਿਹੜੀ ਹੈਡਿੰਗ ਦਾ ਮਤਲਬ ਕਿ ਬੈਟਰ ਵੈਦਰ, ਜਿਹੜਾ ਚੰਗਾ ਵੈਦਰ ਹੈਗਾ ਇਨ ਬ੍ਰਿਟੇਨ ਸੂਨ, ਜਲਦੀ ਹੋ ਸਕਦਾ। ਤਾਂ ਉਹ ਐਕਸੈਪਟੇਸ਼ਨ ਹੀ ਕਰ ਰਹੇ ਸੀ ਕਿ ਪੈਰਾਗ੍ਰਾਫ ਦੇ ਸਾਰੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਹੋ ਜਾਣਗੀਆਂ। ਤਾਂ ਉਹਨਾਂ ਨੇ ਲਾਸਟ 'ਤੇ ਆਪਣੀ ਜਿਹੜੀ ਐਗਜ਼ਾਮਪਲ ਦਿੱਤੀ ਸੀ ਅੰਗੂਰਾਂ ਦੀ, ਉਹ 'ਚੋਂ ਇਹ ਸ਼ੋਅ ਕਰਨਾ ਚਾਹੁੰਦੇ ਸੀ ਕਿ ਪਾਸਟ ਦੇ ਨਾਲੋਂ ਜਿਹੜੇ ਅੰਗੂਰ ਜਲਦੀ ਪੱਕਣ ਲੱਗ ਗਏ ਅਤੇ ਇਨ ਫਿਊਚਰ ਹੋਰ ਵੀ ਜਲਦੀ ਪੱਕਣ ਲੱਗ ਜਾਣਗੇ, ਠੀਕ ਆ। ਤਾਂ ਜਿਹੜੀ ਆਪਸ਼ਨ ਆਪਣੀ ਸੈਕਿੰਡ ਹੈਗੀ ਆ ਉਹ ਆਪਣੀ ਐਕੂਰੇਟ ਬਣਦੀ ਹੈ, ਠੀਕ ਆ। ਤਾਂ ਇਹਨੂੰ ਆਪਾਂ ਕੱਢ ਦਾਂਗੇ, ਠੀਕ ਹੈ, ਕਿ ਆਪਾਂ ਨੂੰ ਕਨਫਿਊਜ਼ ਨਾ ਕਰੇ, ਇਹ ਆਪਾਂ ਬਿਲਕੁਲ ਕੱਢ ਦਾਂਗੇ। ਤਾਂ ਆਈ ਹੋਪ ਜਿਹੜਾ ਤੁਹਾਨੂੰ ਫਸਟ ਕੁਐਸਚਨ ਉਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਹੁਣ ਆਪਾਂ ਜਿਹੜਾ ਸੈਕਿੰਡ ਵਾਲੀ ਮੂਵ ਕਰਦੇ ਹਾਂ, ਠੀਕ ਆ। ਤਾਂ ਅੱਗੇ ਆਪਣੇ ਕੋਲ ਕੀ ਹੈਗਾ ਪੈਰਾਗ੍ਰਾਫ ਸੀ। ਹੁਣ ਚੱਲਦੇ ਹਾਂ ਪੈਰਾਗ੍ਰਾਫ ਸੀ 'ਤੇ, ਦੇਖਦੇ ਹਾਂ ਪੈਰਾਗ੍ਰਾਫ ਸੀ ਆਪਣੇ ਕੋਲੇ ਪੜ੍ਹਦੇ ਹਾਂ, ਠੀਕ ਆ। ਦੇਖਦੇ ਹਾਂ all of these seems hard to believe, ਠੀਕ ਆ। ਇਹ ਜਿਹੜਾ ਸਾਰਾ ਕੁਛ ਹੈਗਾ ਇਹ ਯਕੀਨ ਕਰਨਾ ਥੋੜ੍ਹਾ ਜਿਹਾ ਔਖਾ ਹੈ, ਠੀਕ ਆ। ਐਟ ਪ੍ਰੈਜੈਂਟ ਵੀ ਆਰ ਇਨ ਦਾ ਮਿਡਲ ਆਫ ਅ ਕੋਲਡ ਗ੍ਰੇ ਡਿਸਟਿੰਕਟਲੀ ਸੌਡਨ, ਠੀਕ ਆ। ਤਾਂ ਜਿਹੜਾ ਅਸੀਂ ਕੀ ਆ ਇਹਦੇ ਇਸ ਮਿਡਲ ਦੇ ਵਿੱਚ ਹੈਗੇ ਆ, ਠੀਕ ਆ, ਕਿ ਜਿੱਥੇ ਕੋਲਡ ਗ੍ਰੇ ਡਿਸਟਿੰਕਟਲੀ ਸੋਡਨ ਆ, ਠੀਕ ਆ, ਸੋਡਨ ਜੁਲਾਈ ਆ। ਇਟ ਸੀਮਸ ਐਜ਼ ਥਾਊ ਸਮਰ ਵਿਲ ਬੀ ਨੈਵਰ ਰਾਈਟ, ਠੀਕ ਆ। ਉਹ ਕਹਿੰਦੇ ਇੱਕ ਠੰਡੀ ਇੱਕ ਗ੍ਰੇ ਜਿਹੜੀ ਜਿੱਦਾਂ ਬੱਦਲਵਾਈ ਕਹਿ ਦਿੰਦੇ ਆ, ਹੈ ਨਾ, ਉਸ ਤਰੀਕੇ ਨਾਲ ਦੀ ਜਿਹੜੀ ਆਪਾਂ ਜੁਲਾਈ ਦੇ ਵਿੱਚ ਜੀ ਰਹੇ ਹੈਗੇ ਆ। ਅਤੇ ਇੱਦਾਂ ਲੱਗਦਾ ਹੈਗਾ ਕਿ ਜਿਹੜੀ ਸਮਰ ਹੈਗੀ ਹੈ, ਗਰਮੀ ਹੈਗੀ ਹੈ, ਵਿਲ ਨੈਵਰ ਅਰਾਈਵ, ਉਹ ਕਦੀ ਹੀ ਨਹੀਂ ਆਏਗੀ, ਠੀਕ ਆ। ਤਾਂ ਅੱਗੇ ਆਪਾਂ ਨੂੰ ਨੈਕਸਟ ਲਾਈਨ 'ਚ ਕੀਤਾ ਹਾਊ ਡਜ਼ ਦਿਸ ਅਬਜ਼ਰਵੇਸ਼ਨ, ਕਿੱਦਾਂ ਜਿਹੜੀ ਇਹ ਅਬਜ਼ਰਵੇਸ਼ਨ ਫਿੱਟ ਵਿਦ ਮਿਟ ਆਫਿਸ ਪ੍ਰੈਡਿਕਸ਼ਨ ਆਫ ਵਾਰਮਰ ਡਰਾਇਰ ਬ੍ਰਿਟੇਨ, ਠੀਕ ਆ। ਅਤੇ ਇਹ ਜਿਹੜੀਆਂ ਪ੍ਰੈਡਿਕਸ਼ਨਸ ਹੈਗੀਆਂ, ਅਬਜ਼ਰਵੇਸ਼ਨਸ ਹੈਗੀਆਂ, ਉਹ ਜਿਹੜੀਆਂ ਮਿਟ ਆਫਿਸ ਦੀ ਪ੍ਰੈਡਿਕਸ਼ਨ ਜਿਹੜੀ ਵਾਰਮਰ ਦੀ ਪ੍ਰੈਡਿਕਸ਼ਨ ਸੀ ਉਹਦੇ ਨਾਲ ਕਿੱਦਾਂ ਮੈਚ ਕਰਨਗੀਆਂ, ਠੀਕ ਆ। ਦ ਮੈਟ ਆਫਿਸ ਚੈਫ ਵੈਦਰ ਫੋਰਕਾਸਟ ਕਲੇਰੇ ਮਾਈਲਸ ਐਕਸਪਲੇਨ, ਕਿਸੇ ਪਰਸਨ ਦਾ ਨੇਮ ਹੈਗਾ ਗਾ, ਉਹਨੇ ਕੀ ਐਕਸਪਲੇਨ ਕੀਤਾ ਐਜ਼ ਪ੍ਰੈਜੈਂਟ ਦ ਵੈਦਰ ਓਵਰ ਦ ਹੋਲ ਆਫ ਨਾਰਥ ਅਮੈਰੀਕਾ, ਨਾਰਥ ਅਟਲਾਂਟਿਕ ਐਂਡ ਯੂਰਪ ਹੈਜ਼ ਬਿਕਮ ਟੈਂਪਰੇਰੀ ਬਲੌਕਡ। ਤਾਂ ਦੇਖੋ ਇੱਥੋਂ ਲੈ ਕੇ ਆਪਣੇ ਕੋਲ ਜਿਹੜਾ ਇੰਨਾ ਆਪਾਂ ਪੜ੍ਹ ਲਿਆ, ਉਹਦੇ ਵਿੱਚ ਕੀ ਪਹਿਲਾਂ ਤਾਂ ਉਹਨੇ ਦੱਸਿਆ ਕਿ ਇਹ ਔਖਾ ਹੈਗਾ ਕਿਉਂਕਿ ਅਸੀਂ ਇੱਦਾਂ ਦੀ ਜੁਲਾਈ ਦੇ ਵਿੱਚ ਜੀ ਰਹੇ ਹਾਂ ਕਿ ਜਿੰਨੀ ਠੰਡੀ ਹੈਗੀ ਆ, ਇੰਨੀ ਗ੍ਰੇ ਹੈਗੀ ਆ ਕਿ ਇੱਦਾਂ ਲੱਗਦਾ ਹੈਗਾ ਗਾ ਕਿ ਜਿਹੜੀ ਸਮਰ ਹੈਗੀ ਉਹ ਕਦੇ ਆਏਗੀ ਹੀ ਨਹੀਂ, ਠੀਕ ਆ। ਤਾਂ ਫਿਰ ਉਹ ਨੈਕਸਟ ਲਾਈਨ 'ਚ ਦੱਸਦਾ, ਉਹ ਉੱਦਾਂ ਹੀ ਦੱਸਦਾ ਕਿ ਜਿਹੜੀਆਂ ਇਹ ਅਬਜ਼ਰਵੇਸ਼ਨ ਹੈਗੀਆਂ ਉਹ ਕਿੱਦਾਂ ਜਿਹੜੀਆਂ ਕੋਈ ਆਫਿਸ ਹੈਗਾ ਜਾਂ ਉਹਦਾ ਕੋਈ ਪਰਸਨ ਹੈਗਾ ਉਹਦੇ ਨਾਲ ਕਿੱਦਾਂ ਮੈਚ ਕਰਨੀ ਹੈ, ਠੀਕ ਹੈ। ਇੰਨੀ ਲਾਈਨ ਇੱਥੋਂ ਤੱਕ ਹੋ ਗਈ ਸੀਗੀ ਆਪਣੀ। ਉਸ ਤੋਂ ਬਾਅਦ ਉਹਨੇ ਜਿਹੜਾ ਮੈਟ ਆਫਿਸ ਦਾ ਚੀਫ ਸੀਗਾ, ਠੀਕ ਆ, ਉਹਨੂੰ ਉਹਦੀ ਗੱਲ ਕੀਤੀ ਹੋਈ ਆ ਕਿ ਉਹਨੇ ਐਕਸਪਲੇਨ ਕੀਤਾ ਕਿ ਜਿਹੜਾ ਵੈਦਰ ਹੈਗਾ ਗਾ ਹੋਲ ਆਫ ਨਾਰਥ ਅਮਰੀਕਾ, ਸਾਰੇ ਨਾਰਥ ਅਮੈਰੀਕਾ ਦਾ, ਠੀਕ ਹੈ, ਨਾਰਥ ਅਟਲਾਂਟਿਕ ਐਂਡ ਯੂਰਪ ਹੈਜ਼ ਬਿਕਮ ਟੈਂਪਰੇਰੀ ਬਲੌਕਡ, ਤਾਂ ਸਾਰਾ ਜਿਹੜਾ ਕੀ ਆ ਬਲੌਕ ਹੋ ਚੁੱਕਿਆ ਹੈਗਾ, ਠੀਕ ਆ। Those area which have good weather such as Southern Europe and Balkans can expect to keep and develop heat waves। ਦੇਖੋ ਜਿਹੜੇ ਉਹ ਕਹਿੰਦੇ ਜਿੱਥੇ ਹੈਗਾ ਗਾ ਗੁੱਡ ਵੈਦਰ ਹੈਗਾ ਗਾ ਜਿਹੜੇ ਏਰੀਆਜ਼ ਦੇ ਵਿੱਚ, ਠੀਕ ਆ, ਉਹਨਾਂ ਦਾ ਨੇਮ ਦੱਸਿਆ ਸਾਊਥਰਨ ਯੂਰਪ ਐਂਡ ਬਾਲਕਨਸ, ਕੈਨ ਐਕਸਪੈਕਟ ਟੂ ਕੀਪ ਇਟ, ਉਹ ਵੀ ਇਹੀ ਹੈਗਾ ਗਾ, ਇਹੀ ਆਪਾਂ ਜਿਹੜੀ ਰੱਖ ਸਕਦੇ ਹੈਗੇ, ਐਕਸਪੈਕਟ ਕਰ ਸਕਦੇ ਹਾਂ ਕਿ ਉਹ ਵੀ ਕੀਪ ਇਟ ਇੱਦਾਂ ਹੀ ਰਹੂਗਾ, ਬਲੌਕ ਹੀ ਰਹੂਗਾ, ਠੀਕ ਆ। ਐਂਡ ਡਿਵੈਲਪਡ ਹੀਟ ਵੇਵ, ਬਲੌਕ ਹੋ ਜਾਊਗਾ ਅਤੇ ਕੀ ਹੋਊਗਾ ਹੀਟ ਵੇਵਸ ਜਿਹੜੀਆਂ ਗਰਮ ਹਵਾਵਾਂ ਨੂੰ ਕੀ ਡਿਵੈਲਪ ਕਰੂਗਾ, ਠੀਕ ਆ। Those area which have bad weather such as UK and northern France will keep the rain and ਅਨਰੀਜ਼ਨੇਬਲ ਕੋਲਡ, ਠੀਕ ਆ। ਅਤੇ ਜਿਹੜੀ ਮਤਲਬ ਕਿ ਯੂਕੇ ਦੇ ਵਿੱਚ ਕੀ ਹੋਊਗਾ, ਜਿਹੜਾ ਨਾਰਥਨ ਫਰਾਂਸ, ਠੀਕ ਆ, ਜਿੱਥੇ ਬੈਡ ਵੈਦਰ ਹੈਗਾ ਗਾ, ਉਹ ਕੀ ਹੋਊਗਾ ਜਿਹੜਾ ਮਤਲਬ ਕਿ ਰੇਨ ਹੈਗੀ ਆ ਉਹ ਹੋਊਗੀ, ਅਤੇ ਕੀ ਹੋਊਗਾ ਅਨਰੀਜ਼ਨੇਬਲ, ਕੋਈ ਰੀਜ਼ਨ ਹੀ ਵਿਦਾਊਟ ਰੀਜ਼ਨ ਹੀ ਕੋਲਡ ਰਹੂਗਾ, ਠੀਕ ਆ। ਤਾਂ ਹੁਣ ਆਪਾਂ ਜਿਹੜਾ ਇਹ ਪੜ੍ਹ ਲਿਆ। ਓਵਰਆਲ ਕਰੀਏ ਸੀ ਪੈਰਾਗ੍ਰਾਫ 'ਚ ਕੀ ਦੱਸਿਆ ਉਹਨਾਂ ਨੇ, ਜਸਟ ਇਹ ਦੱਸਿਆ ਆਪਾਂ ਨੂੰ ਕਿ ਜਿਹੜਾ ਮਤਲਬ ਕਿ ਅੱਜ ਕੱਲ੍ਹ ਜਿਹੜੀ ਮਤਲਬ ਹੈਗੀ ਆ ਸਰਦੀ ਹੈ, ਲਾਈਕ ਜੁਲਾਈ ਜਿਹੜੀ ਹੈਗੀ ਉਹ ਇੱਦਾਂ ਦੀ ਹੈ, ਕੋਲਡ ਗ੍ਰੇ ਹੈਗੀ ਹੈ, ਜਿਹਦਾ ਇੱਦਾਂ ਲੱਗਦਾ ਕਿ ਸਮਰ ਆਏਗੀ ਨਹੀਂ, ਹੈ ਨਾ। ਅਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਦੱਸਤਾ ਕਿ ਜਿਹੜੇ ਸਾਰੇ ਵੈਦਰ ਹੈਗੇ ਉਹ ਬਲੌਕ ਹੋ ਜਾਣਗੇ, ਬਸ ਬਲੌਕ ਹੋ ਗਏ ਆ, ਠੀਕ ਹੈ, ਟੈਂਪਰੇਰੀ ਬਲੌਕ ਹੋ ਗਏ। ਉਹਨਾਂ ਨੇ ਦੋ ਐਗਜ਼ਾਮਪਲ ਵੀ ਦਿੱਤੀਆਂ, ਜਿੱਥੇ ਬੈਡ ਵੈਦਰ ਆ ਉਹ ਵੀ, ਜਿੱਥੇ ਗੁੱਡ ਵੈਦਰ ਆ ਉਹ ਵੀ, ਠੀਕ ਆ। ਤਾਂ ਹੁਣ ਆਪਾਂ ਚੱਲਦੇ ਹੈਗੇ ਆ ਸਟੇਟਮੈਂਟਸ 'ਤੇ।
ਤਾਂ ਦੇਖੋ ਸਟੇਟਮੈਂਟਸ ਜਿਹੜੀਆਂ ਆਪਣੇ ਕੋਲੇ ਆ ਗਈਆਂ। ਹੁਣ ਆਪਾਂ ਚੱਲਦੇ ਹੈਗੇ 8th ਤੋਂ ਸਟਾਰਟ ਕਰਨਾ। 8th ਦੇਖੋ ਵੈਦਰ ਬਲੌਕਿੰਗ ਇਨ ਦਾ ਪਾਸਟ। ਦੇਖੋ ਪਾਸਟ ਦੀ ਕੋਈ ਗੱਲ ਨਹੀਂ ਹੋਈ ਨਾ, ਉਹਨਾਂ ਨੇ ਸਿਰਫ ਇਹ ਕਿਹਾ ਹੈਗਾ ਕਿ ਜਿਹੜੀ ਆਪਣੀ ਬਲੌਕਿੰਗ ਹੋ ਚੁੱਕੀ ਆ। ਇਨ ਪ੍ਰੈਜੈਂਟ ਦੀ ਗੱਲ ਕਰ ਰਹੇ ਆ। ਅਤੇ ਇੱਕ ਉਹਨਾਂ ਨੇ ਲਾਸਟ 'ਚ ਦੱਸੀ ਸੀ ਐਕਸੈਪਟੇਸ਼ਨ ਦੱਸੀ ਸੀ ਕਿ ਕੋਲਡ ਰਹੂਗਾ ਅਤੇ ਰੇਨ ਰਹੂਗੀ, ਠੀਕ ਆ। ਤਾਂ ਉਹ ਆਪਣਾ ਫਿਊਚਰ ਦੀ ਗੱਲ ਸੀਗੀ, ਠੀਕ ਆ। ਤਾਂ ਪਾਸਟ ਦੀ ਕੋਈ ਗੱਲ ਨਹੀਂ ਹੋਏਗੀ, ਅਤੇ ਇਸ ਲਈ ਜਿਹੜਾ ਆਪਣਾ ਪਾਸਟ ਤਾਂ ਕੱਟਿਆ ਗਿਆ ਬਿਲਕੁਲ ਹੀ, ਠੀਕ ਆ। ਵੈਦਰ ਬਲੌਕਿੰਗ ਦੀ ਗੱਲ ਹੋਈ ਸੀ ਨਾ ਆਪਣੇ ਕੋਲੇ, ਉਹਨਾਂ ਨੇ ਕਿਹਾ ਹਾਂਜੀ ਵੈਦਰ ਬਲੌਕ ਹੋ ਗਿਆ, ਬਟ ਪਾਸਟ ਦੀ ਗੱਲ ਨਹੀਂ ਹੋਈ, ਇਸ ਲਈ ਕੱਟਿਆ ਗਿਆ। ਜੇ ਪਾਸਟ ਨਾਲ ਆਇਆ ਹੁੰਦਾ ਤਾਂ ਆਪਾਂ ਵੈਦਰ ਬਲੌਕਿੰਗ ਲਾ ਦੇਣਾ ਸੀ, ਠੀਕ ਆ। ਅਤੇ 8th ਵੀ ਜਿਹੜਾ ਆਪਣਾ ਨਹੀਂ ਹੈਗਾ। 9th ਮੈਟ ਆਫਿਸ ਫੋਰਕਾਸਟ, ਠੀਕ ਆ। ਮੈਟ ਆਫਿਸ ਦਾ ਜਿਹੜਾ ਚੀਫ ਸੀਗਾ ਉਹਨੇ ਕੀ ਐਕਸਪਲੇਨ ਕੀਤਾ, ਉਹ ਗੱਲ ਦੱਸੀ ਸੀ। ਉਹਦੀਆਂ ਜਿਹੜੀਆਂ ਫੋਰਕਾਸਟ ਦੀ ਕੋਈ ਗੱਲ ਨਹੀਂ ਕੀਤੀ। ਸਾਰਾ ਕੋਈ ਡੇਟਾ ਜਿਹੜਾ ਮੈਟ ਆਫਿਸ ਦਾ ਕੋਈ ਡੇਟਾ ਨਹੀਂ ਆਪਾਂ ਨੂੰ ਦੱਸਿਆ ਸੀ, ਜਸਟ ਉਹਦਾ ਚੀਫ ਸੀਗਾ, ਉਹਦੀ ਗੱਲ ਉਹਨਾਂ ਨੇ ਐਕਸਪਲੇਨ ਕੀਤੀ ਸੀਗੀ, ਠੀਕ ਆ। ਤਾਂ ਇਹ ਵੀ ਕੱਟਿਆ ਗਿਆ ਆਪਣੇ ਕੋਲੇ। ਤਾਂ ਦ ਵੈਦਰ ਨਾਊ, ਜਿਹੜਾ ਹੁਣ ਦਾ ਵੈਦਰ ਹੈਗਾ ਗਾ, ਉਹਦੀ ਇਹ ਗੱਲ ਨਹੀਂ ਦੱਸੀ ਉਹਨਾਂ ਨੇ, ਤਾਂ ਇਹ ਦੱਸਿਆ ਹੈਗਾ ਕਿ ਬਲੌਕ ਹੋ ਗਿਆ, ਠੀਕ ਆ। ਵੀ ਵੈਦਰ ਜਿਹੜਾ ਆਪਣਾ ਬਲੌਕ ਹੋ ਗਿਆ ਹੈਗਾ, ਅਤੇ ਜਿਹੜਾ ਮਤਲਬ ਕਿ ਫਿਊਚਰ ਦੇ ਵਿੱਚ ਇਹ ਹੋ ਸਕਦਾ ਹੈਗਾ ਕਿ ਜਿਹੜਾ ਕੋਲਡ ਰਹੂਗਾ, ਜਾਂ ਇੱਦਾਂ ਲੱਗਦਾ ਸਾਨੂੰ ਵੀ ਸਮਰ ਨਹੀਂ ਆਏਗੀ, ਜਾਂ ਇੱਦਾਂ ਦੀਆਂ ਚੀਜ਼ਾਂ ਪੜ੍ਹੀਆਂ ਸੀ ਆਪਾਂ, ਹੈ ਨਾ। ਤਾਂ ਕੋਈ ਇਹ ਨਹੀਂ ਦੱਸਿਆ ਸੀ ਕਿ ਅੱਜ ਵੈਦਰ ਇਸ ਤਰੀਕੇ ਦਾ ਵਾ। ਦ ਵੈਦਰ ਨਾਓ ਐਂਡ ਇਨ ਦਾ ਫਿਊਚਰ, ਜਦੋਂ ਨਾਓ ਵਾਲਾ ਹੀ ਹੈ ਨਹੀਂ ਗਾ, ਹੈ ਨਾ, ਅਤੇ ਫਿਰ ਇਹ ਵੀ ਨਹੀਂ ਹੈਗਾ ਗਾ, ਇਹਨੂੰ ਵੀ ਕੱਢ ਦੂੰ। ਰਿਕਾਰਡ ਯੂਕੇ ਟੈਂਪਰੇਚਰ, ਯੂਕੇ ਦਾ ਟੈਂਪਰੇਚਰ ਕੋਈ ਨਹੀਂ ਰਿਕਾਰਡ ਕੀਤਾ ਗਿਆ ਵੀ ਇਸ ਦੇ ਵਿੱਚ ਇੱਦਾਂ ਸੀ, ਇਸ ਦੇ ਵਿੱਚ ਇੱਦਾਂ ਸੀ, ਠੀਕ ਆ। ਤਾਂ ਇਹ ਵੀ ਕੱਟਿਆ ਗਿਆ ਆਪਣੇ ਕੋਲ। ਦ ਹਾਈਜ਼ ਐਂਡ ਲੋਜ਼ ਆਫ ਵੈਦਰ, ਤਾਂ ਵੈਦਰ ਜਿਹੜਾ ਹਾਈ ਅਤੇ ਲੋ, ਇਹ ਤਾਂ ਆਪਾਂ ਕਿਤੇ ਨਹੀਂ ਦੱਸਿਆ ਕਿ ਇੰਨਾ ਹਾਈ ਹੋ ਗਿਆ ਜਾਂ ਇੰਨਾ ਲੋ ਹੋ ਜਾਊਗਾ ਜਾਂ ਹੋ ਗਿਆ ਜਾਂ ਕੁਛ ਵੀ ਨਹੀਂ, ਬਸ ਉਹ ਤਾਂ ਐਂ ਕਰੀ ਜਾ ਰਹੇ ਹੈਗੇ ਆ ਵੀ ਸਰਦੀ ਹੈਗੀ ਆ, ਠੀਕ ਹੈ, ਸਰਦੀ ਹੋ ਜਾਏਗੀ। ਇੱਦਾਂ ਲੱਗਦਾ ਕਿ ਗਰਮੀ ਨਹੀਂ ਹੈਗੀ ਗੀ, ਕਿਉਂਕਿ ਸਾਰੇ ਜਿਹੜੇ ਵੈਦਰ ਕੀ ਉਹ ਬਲੌਕ ਹੋ ਗਏ ਆ। ਤਾਂ ਅੱਗੇ ਆਪਣੇ ਕੋਲ ਜਿਹੜਾ ਇਹ ਵੀ ਕੱਟਿਆ ਗਿਆ। ਤਾਂ ਆਪਣੇ ਕੋਲ ਜਿਹੜੀ ਸੈਕਿੰਡ ਆਪਸ਼ਨ ਉਹ ਆਪਣੀ ਹੋਈ ਆ, ਠੀਕ ਆ। ਸੈਕਿੰਡ ਆਪਸ਼ਨ ਆਪਣੀ ਹੋਈ ਹੈ ਨਾ। ਅਤੇ ਆਪਸ਼ਨ ਆਪਣੇ ਕੋਲ ਜਸਟ ਜਿਹੜੀ ਇੱਕ ਹੈਗੀ ਆ ਉਹ ਲੈਫਟ ਰਹਿ ਗਈ ਆ ਫਸਟ। ਉਹ ਕੀ ਆ, ਦ ਪ੍ਰੋਸੈਸ ਆਫ ਬਲੌਕਡ ਪੈਟਰਨ। ਤਾਂ ਦੇਖੋ ਉਹਦੇ ਵਿੱਚ ਆਪਾਂ ਨੂੰ ਸਾਰਾ ਪ੍ਰੋਸੈਸ ਦੱਸਿਆ ਸੀ। ਜਿੱਥੇ ਬੈਡ ਵੈਦਰ ਆ ਉਹ ਕਹਿੰਦੇ ਉੱਥੇ ਵੀ ਵੈਦਰ ਬਲੌਕ ਹੋ ਚੁੱਕਿਆ ਟੈਂਪਰੇਰਲੀ, ਹੈ ਨਾ। ਅਤੇ ਸਾਰੇ ਯੂਕੇ ਦੇ ਵਿੱਚ ਜਿਹੜਾ ਬ੍ਰਿਟੇਨ ਦੇ ਵਿੱਚ ਸਾਰਾ ਜਿਹੜਾ ਕੀ ਆ ਬਲੌਕ ਹੋ ਚੁੱਕਿਆ, ਠੀਕ ਆ। ਉਹ ਇੱਕ ਪਰਸਨ ਨੇ ਜਿਹੜਾ ਐਕਸਪਲੇਨ ਕੀਤਾ ਸੀਗਾ, ਜਿਹੜਾ ਕੀ ਸੀਗਾ ਮੈਟ ਆਫਿਸ ਦੇ ਵਿੱਚ ਜਿਹੜੀ ਚੀਫ ਸੀਗਾ, ਠੀਕ ਆ। ਅਤੇ ਇਸ ਲਈ ਜਿਹੜਾ ਸਾਰੇ ਪ੍ਰੋਸੈਸ ਬਲੌਕ ਹੋਣ ਦੀ ਗੱਲ ਕੀਤੀ ਸੀ, ਤਾਂ ਜਿਹੜੀ ਆਪਣੀ ਸਟੇਟਮੈਂਟ ਫਸਟ ਜਿਹੜੀ ਸੀ ਦੇ ਨਾਲ ਮੈਚ ਕਰੂਗੀ, ਠੀਕ ਆ। ਤਾਂ ਤੁਸੀਂ ਦੇਖ ਲਓ, ਆਪਾਂ ਸਾਰੀਆਂ ਕਰਕੇ ਦੇਖਦੇ ਹੈਗੇ ਆ, ਉਹ ਕੋਈ ਵੀ ਨਹੀਂ ਮੈਚ ਕਰੂਗੀ। ਜਿਹੜੀ ਮੈਚ ਕਰਦੀ ਹੋਊਗੀ ਉਹੀ ਤੁਹਾਡੇ ਕੋਲ ਬਚੇਗੀ, ਠੀਕ ਆ। ਕਦੇ ਵੀ ਤੁਸੀਂ ਜਿਹੜੇ ਲਿਸਟ ਆਫ ਹੈਡਿੰਗਸ ਕਰਦੇ ਇਹ ਨਾ ਦੇਖੋ ਕਿ ਆਹ ਵਾਲੀ ਮੈਚ ਹੋ ਰਹੀ, ਆਹ ਵਾਲੀ ਮੈਚ ਹੋ ਰਹੀ ਹੈ, ਨਹੀਂ। ਇਹ ਦੇਖੋ ਆਹ ਵੀ ਨਹੀਂ ਮੈਚ ਹੋ ਰਹੀ, ਆਹ ਵੀ ਨਹੀਂ ਮੈਚ ਹੋ ਰਹੀ, ਆਹ ਵੀ ਨਹੀਂ ਹੋ ਰਹੀ। ਤਾਂ ਜਿਹੜੀ ਲੈਫਟ ਹੋਊਗੀ ਤਾਂ ਉਹ ਤੁਹਾਡਾ ਆਨਸਰ ਹੋਊਗਾ, ਠੀਕ ਆ। ਤਾਂ ਜਿਹੜੀ ਆਪਣੇ ਕੋਲੇ ਇਹਦਾ ਕੀ ਆ ਫਸਟ, ਠੀਕ ਆ। ਆਪਣੇ ਕੋਲੇ ਫਸਟ ਹੈਗਾ, ਇਹਦਾ ਥਰਡ ਨਾ ਲੱਗ ਜੇ, ਫਸਟ, ਠੀਕ ਆ। ਅਤੇ ਅੱਗੇ ਆਪਣੇ ਕੋਲੇ ਕੀ ਹੈਗਾ ਪੈਰਾਗ੍ਰਾਫ ਡੀ। ਹੁਣ ਆਪਾਂ ਡੀ ਪੜ੍ਹਦੇ ਹਾਂ, ਦੇਖਦੇ ਹਾਂ ਡੀ, ਠੀਕ ਹੈ। ਥੋੜ੍ਹਾ ਜਿਹਾ ਜ਼ੂਮ ਕਰ ਦੇਣੀ, ਈਜ਼ੀ ਹੋ ਜਾਊਗਾ। ਇੰਨਾ ਪੈਰਾਗ੍ਰਾਫ ਜਿਹੜਾ ਨਾ ਮਤਲਬ ਲੈਂਥੀ ਨਹੀਂ ਹੁੰਦਾ ਕੋ, ਕਿਉਂਕਿ ਇੱਕ ਲਾਈਨਸ ਦੇ ਵਿੱਚ ਵਰਡ ਹੀ ਜਸਟ 2 ਤੋਂ 3 ਹੈਗੇ ਆ, ਤਾਂ ਇਸ ਕਰਕੇ ਜਿਹੜਾ ਮਤਲਬ ਲੱਗਦਾ ਹੈਗਾ ਵੀ ਕਾਫੀ ਲੈਂਥੀ ਹੈ, ਇੰਨਾ ਹੈ ਨਹੀਂ ਗਾ, ਠੀਕ ਆ। ਤਾਂ ਆਪਾਂ ਕਰਦੇ ਹੈਗੇ ਲਿਸਟ ਆਫ ਹੈਡਿੰਗ ਡੇਲੀ, ਤਾਂ ਆਪਾਂ ਨੂੰ ਪਤਾ ਹੀ ਹੁੰਦਾ, ਠੀਕ ਆ। ਵੀ ਸੀਮ ਟੂ ਹੈਵ kept it for some time already, ठीक है। In the last 2 weeks of June and first 2 weeks of July, the UK has had an average daily temperature of 12.9 Celsius, ਠੀਕ ਹੈ। ਤਾਂ ਉਹਨਾਂ ਨੇ ਦੱਸਤਾ ਕਿ ਜਿਹੜੇ ਯੂਕੇ ਦੇ ਵਿੱਚ ਜਿਹੜੇ ਲਾਸਟ 2 ਵੀਕਸ ਹੁੰਦੇ ਜੂਨ ਦੇ, ਠੀਕ ਹੈ। ਜੂਨ ਦੇ ਜਿਹੜੇ ਲਾਸਟ ਵਾਲੇ 2 ਹਫ਼ਤੇ ਅਤੇ ਫਸਟ ਜੁਲਾਈ ਦਾ ਪਹਿਲੇ 2 ਹਫ਼ਤੇ, ਠੀਕ ਆ। ਉਹਦੇ ਵਿੱਚ ਜਿਹੜਾ ਯੂਕੇ ਦਾ ਐਵਰੇਜ ਟੈਂਪਰੇਚਰ ਰਹਿੰਦਾ ਡੇਲੀ ਦਾ ਕਿੰਨਾ 12.9 ਸੈਲਸੀਅਸ, ਠੀਕ ਆ। ਇਹ ਗੱਲ ਦੱਸਦੀ। ਆਲਦੋ ਇਟ ਇਜ਼ ਹਾਰਡ ਟੂ ਬਲੀਵ, ਭਾਵੇਂ ਔਖਾ ਹੈਗਾ ਗਾ, ਠੀਕ ਹੈ। ਇਹ ਆਲਦੋ ਵਾਲਾ ਜਿਹੜਾ ਤੁਸੀਂ ਹੈ ਨਾ ਇਹਨੂੰ ਯੂਜ਼ ਕਰ ਸਕਦੇ ਹੋ, ਆਲਦੋ ਜਿਹੜਾ ਰਾਈਟਿੰਗ ਦੇ ਵਿੱਚ ਇਹ ਵੀ ਇੱਕ ਜਿਹੜਾ ਕੰਪਲੈਕਸ ਸੈਂਟੈਂਸ ਹੈਗਾ ਈਜ਼ੀ ਹੋ ਜਾਂਦਾ। ਆਲਦੋ ਇਟ ਇਜ਼ ਹਾਰਡ ਟੂ ਬਲੀਵ ਦਿਸ ਇਜ਼ ਓਨਲੀ 1.7 ਸੈਲਸੀਅਸ ਲੋਅਰ ਦੈਨ ਨੋਰਮਲ ਫॉर ਦ ਟਾਈਮ ਆਫ ਦ ਈਅਰ। ਤਾਂ ਇਹ ਇੱਕ ਜਿਹੜੀ ਹੈਰਾਨੀ ਆ, ਔਖਾ ਹੈ ਯਕੀਨ ਕਰਨਾ ਕਿ ਇਹ ਜਸਟ ਕੀ ਆ ਓਨਲੀ 1.7 ਲੋਅਰ, ਵੀ ਮਤਲਬ ਜਿਹੜਾ ਇਹਦੇ ਵਿੱਚ ਬਸ ਥੋੜ੍ਹਾ ਜਿਹਾ 1.7 ਸੈਲਸੀਅਸ ਹੀ ਲੋਅਰ ਆ ਐਜ਼ ਕੰਪੇਅਰ ਟੂ ਜਿਹੜੇ ਨੋਰਮਲ ਡੇ ਹੁੰਦੇ ਆ ਈਅਰ ਦੇ ਇਹਨਾਂ ਵੀਕਸ ਦੇ ਵਿੱਚ, ਠੀਕ ਹੈ। ਜੂਨ ਦੇ ਲਾਸਟ ਵਾਲੇ ਅਤੇ ਜੁਲਾਈ ਦੇ ਫਸਟ ਵਾਲੇ, ਠੀਕ ਹੈ, 2। But what makes it seem so cold is that in the same period there has been only 3 hours of sunshine, ਠੀਕ ਆ। ਤਾਂ ਉਹ ਕੀ ਹੈ ਜਿਹੜਾ ਇਹਨੂੰ ਕੋਲਡ ਬਣਾਉਂਦਾ ਹੈਗਾ ਗਾ ਜ਼ਿਆਦਾ, ਉਹ ਕੀ ਹੈਗਾ ਗਾ ਕਿ ਇਹਦੇ ਵਿੱਚ ਜਿਹੜੀ 3 ਆਵਰਸ ਸਿਰਫ 3 ਘੰਟੇ ਹੀ ਸਨਸ਼ਾਈਨ ਹੁੰਦੀ ਹੈ, ਸੂਰਜ ਨਿਕਲਦਾ ਹੈ ਇੱਕ ਦਿਨ ਦੇ ਵਿੱਚ, ਠੀਕ ਆ। ਤਾਂ ਆਪਾਂ ਨੂੰ ਉਹਨਾਂ ਨੇ ਇਹ ਗੱਲ ਦੱਸ ਦਿੱਤੀ ਕਿ ਜਿਹੜਾ ਇਹਦੇ ਵਿੱਚ ਜਿਹੜੇ ਹੈਗੇ ਆ ਸੂਰਜ ਦੀ ਰੋਸ਼ਨੀ ਜਿਹੜੀ ਸਿਰਫ 3 ਘੰਟੇ ਹੀ ਮਿਲਦੀ ਹੈਗੀ ਆਪਾਂ ਨੂੰ। ਅਤੇ ਆਪਾਂ ਜਿਹੜਾ ਕੀ ਕਰਨਾ ਹੈਗਾ ਗਾ ਅੱਗੇ ਕੀ ਆ, ਲੈਸ ਦੈਨ ਹਾਫ, ਇੱਕ ਮਿੰਟ, ਲੈਸ ਦੈਨ ਹਾਫ ਦਾ ਐਵਰੇਜ ਫॉर the period. This is combined with north winds makes it seem much colder. It may get a little warmer towards the end of month but not much, ठीक है।
ਠੀਕ ਹੈ। ਇਹ ਜਿਹੜਾ ਮੰਥ ਦਾ ਜਿਹੜਾ ਲਾਸਟ ਵਾਲਾ ਹੁੰਦਾ ਹੈਗਾ ਐਂਡ ਜਿਹਦੇ ਵਿੱਚ ਜਾ ਕੇ ਕੀ ਹੈ, ਇਹ ਲਿਟਲ ਵਾਰਮਰ ਹੋ ਜਾਂਦੀ ਹੈ, ਥੋੜ੍ਹੀ ਜਿਹੀ ਗਰਮ ਹੋ ਜਾਂਦੀ ਹੈ, ਪਰ ਬਹੁਤ ਜ਼ਿਆਦਾ ਨਹੀਂ, ਠੀਕ ਹੈ, ਥੋੜ੍ਹੀ ਜਿਹੀ ਗਰਮ ਹੋ ਜਾਂਦੀ, ਬਹੁਤ ਜ਼ਿਆਦਾ ਨਹੀਂ। ਹੁਣ ਦੇਖੋ ਇਹਨਾਂ ਨੇ ਆਪਾਂ ਨੂੰ ਕੀ ਦੱਸਿਆ ਵਾ, ਸਾਰੇ ਵਿੱਚ ਕੀ ਕਰ ਰਹੇ ਹੋ, ਯੂਕੇ ਦਾ ਜਿਹੜਾ ਆਪਾਂ ਨੂੰ ਕੀ ਟੈਂਪਰੇਚਰ ਸਮਝਾ ਰਹੇ ਆ, ਠੀਕ ਆ। ਤਾਂ ਉਹਦੇ ਵਿੱਚ ਕੀ ਉਹਨਾਂ ਨੇ ਕਿਹਾ ਕਿ ਇਹ ਦੇਖਿਆ ਜਾ ਰਿਹਾ ਹੈਗਾ ਕਿ ਜੂਨ ਦੇ ਤੇ ਲਾਸਟ ਵੀਕਸ ਤੇ ਫਸਟ ਵੀਕਸ ਦੇ ਜੁਲਾਈ ਦੇ ਵਿੱਚ, ਠੀਕ ਆ, ਕੀ ਹੁੰਦਾ ਹੈਗਾ, ਐਵਰੇਜ ਟੈਂਪਰੇਚਰ ਇੰਨਾ ਰਹਿੰਦਾ। ਇਹ ਹੈਰਾਨੀ ਹੈ ਕਿ ਜਸਟ 1.7 ਹੀ ਲੋਅਰ ਹੈ ਐਜ਼ ਕੰਪੇਅਰ ਟੂ ਅਦਰ ਸਟੇਟਸ, ਠੀਕ ਆ। ਤਾਂ ਜਿਹੜੇ ਆਪਣੇ ਕੋਲ ਕਿ ਅੱਗੇ ਉਹਨਾਂ ਨੇ ਆਪਾਂ ਨੂੰ ਦੱਸਤਾ ਕਿ ਇਹ ਜਿਹੜਾ ਸਿਰਫ ਸਨਸ਼ਾਈਨ ਜਿਹੜੀ 3 ਘੰਟੇ ਹੀ ਨਿਕਲਦੀ ਹੈ, ਠੀਕ ਆ। ਤਾਂ ਅੱਗੇ ਉਹਨਾਂ ਨੇ ਆਪਾਂ ਨੂੰ ਇਹ ਕਹਿ ਦਿੱਤਾ ਕਿ ਲਾਸਟ ਜਿਹੜਾ ਮੰਥ ਮਤਲਬ ਕਿ ਮੰਥ ਦੇ ਲਾਸਟ ਹਿੱਸੇ ਦੇ ਵਿੱਚ ਥੋੜ੍ਹੀ ਜਿਹੀ ਹੋ ਸਕਦਾ ਹੈਗਾ ਕਿ ਗਰਮ ਹੋ ਜਾਵੇ, ਪਰ ਜ਼ਿਆਦਾ ਨਹੀਂ, ਠੀਕ ਆ। ਇੰਨੀ ਗੱਲ ਆਪਾਂ ਪੜ੍ਹ ਲਈ। ਇਹਦੇ ਵਿੱਚ ਆਪਾਂ ਨੂੰ ਸਿਰਫ ਕੀ ਹੈਗਾ ਯੂਕੇ ਦਾ ਜਿਹੜਾ ਸਾਰਾ ਕੀ ਟੈਂਪਰੇਚਰ ਦੱਸ ਰਹੇ ਆਪਾਂ ਨੂੰ ਓਵਰਆਲ ਜਿਹੜਾ ਹੈਗਾ ਆਪਣੇ ਕੋਲੇ। ਤਾਂ ਹੁਣ ਆਪਾਂ ਚੱਲਦੇ ਹਾਂ ਮੈਚ ਕਰਨ। ਤਾਂ ਆਪਣੇ ਕੋਲੇ ਜਿਹੜੇ ਫਸਟ 2 ਹੋਏ ਹੈਗੇ ਆ, ਠੀਕ ਆ। ਤਾਂ ਹੁਣ ਆਪਾਂ ਚੱਲਦੇ ਹੈਗੇ ਦ ਹਾਈਜ਼ ਐਂਡ ਲੋਜ਼ ਆਫ ਵੈਦਰ, ਠੀਕ ਆ। ਤਾਂ ਵੈਦਰ ਲੋ ਹੋਣ ਦੀ ਕਿਤੇ ਗੱਲ ਕੀਤੀ ਹੈ, ਲੋ ਹੋਣ ਦੀ ਤਾਂ ਕਿਤੇ ਨਹੀਂ ਗੱਲ ਕੀਤੀ, ਠੀਕ ਆ। ਇਹ ਹਾਈ ਹੋਣ ਦੀ ਤਾਂ ਗੱਲ ਕੀਤੀ, ਆਪਣੇ ਕੋਲ ਲੋ ਹੋਣ ਦੀ ਗੱਲ ਨਹੀਂ ਕੀਤੀ, ਇਹ ਲਈ ਇਹ ਕੱਟਿਆ ਗਿਆ, ਠੀਕ ਹੈ। ਰਿਕਾਰਡ ਯੂਕੇ ਟੈਂਪਰੇਚਰ, ਤਾਂ ਠੀਕ ਹੈ, ਯੂਕੇ ਦੇ ਟੈਂਪਰੇਚਰ ਦਾ ਜਿਹੜਾ ਰਿਕਾਰਡ ਸੀਗਾ ਉਹ ਆਪਾਂ ਨੂੰ ਦੱਸਿਆ ਹੈਗਾ ਰਿਕਾਰਡ ਵੀ, ਹੈ ਨਾ, ਆਹ ਵਾਲਾ ਹੈਗਾ, ਪਰ ਇਹ ਨਹੀਂ ਹੈਗਾ ਵੀ ਕਿਸੇ ਚੀਜ਼ ਨਾਲ ਕੰਪੈਰੀਜ਼ਨ ਲਾਈਕ ਈਅਰ ਵਾਈਜ਼, ਠੀਕ ਹੈ, ਵੀ ਆਹ ਈਅਰ ਦੇ ਵਿੱਚ ਆਹ ਸੀਗਾ, ਆਹ ਈਅਰ ਦੇ ਵਿੱਚ ਆਹ ਸੀਗਾ, ਇੱਦਾਂ ਰਿਕਾਰਡ ਨਹੀਂ ਨਾ ਦਿੱਤਾ ਆਪਾਂ ਨੂੰ ਪੂਰਾ, ਜਸਟ ਉਹ ਤਾਂ ਆਪਾਂ ਨੂੰ ਹੁਣ ਦੀ ਦੱਸ ਰਿਹਾ, ਪ੍ਰੈਜ਼ੈਂਟ ਟਾਈਮ ਵੀ ਆਹ ਵਾਲੀਆਂ ਚੀਜ਼ਾਂ ਹੈਗੀਆਂ, ਠੀਕ ਹੈ। ਪ੍ਰੈਜ਼ੈਂਟ ਟਾਈਮ ਦਾ ਜਿਹੜਾ ਆਪਾਂ ਨੂੰ ਵੈਦਰ ਸਮਝਾ ਰਹੇ ਆ, ਟੈਂਪਰੇਚਰ ਸਮਝਾ ਰਹੇ ਆ, ਪਰ ਕੋਈ ਰਿਕਾਰਡ ਨਹੀਂ ਹੈਗਾ ਉਹਨਾਂ ਕੋਲੇ ਪੁਰਾਣਾ, ਠੀਕ ਹੈ। ਰਿਕਾਰਡ ਦਾ ਮਤਲਬ ਕੀ ਹੁੰਦਾ, ਜਾਣੀ ਕਿ ਜਿਹੜੀ ਪੁਰਾਣੀਆਂ ਚੀਜ਼ਾਂ ਜਾਂ ਮਤਲਬ ਹਿਸਟਰੀ ਬਾਰੇ ਜਾਂ ਕੁਛ ਵੀ ਆ ਨਾ, ਜਾਣੀ ਕਿ ਪੁਰਾਣਾ ਉਹਨਾਂ ਕੋਲ ਡੇਟਾ ਪਿਆ ਹੋਵੇ, ਉਹਨੂੰ ਰਿਕਾਰਡ ਕਹਿੰਦੇ ਆ। ਤੇ ਇਸ ਲਈ ਰਿਕਾਰਡ ਵਾਲਾ ਵੀ ਨਹੀਂ ਆਊਗਾ ਆਪਣਾ। ਅੱਗੇ ਆਪਣੇ ਕੋਲ ਹੈਗਾ ਨੈਕਸਟ ਕੀ ਦ ਵੈਦਰ ਨਾਓ ਐਂਡ ਇਨ ਦਾ ਫਿਊਚਰ, ਠੀਕ ਹੈ। ਇਨ ਦਾ ਫਿਊਚਰ ਦੀ ਕੋਈ ਗੱਲ ਨਹੀਂ ਹੋਈ, ਉਹ ਤਾਂ ਜਸਟ ਪ੍ਰੈਜ਼ੈਂਟ ਦੀ ਗੱਲ ਦੱਸ ਰਹੇ ਹੈਗੇ, ਠੀਕ ਹੈ, ਪ੍ਰੈਜ਼ੈਂਟ ਦੀ। ਤਾਂ ਅੱਗੇ ਕੀ ਹੈ ਦ ਵੈਦਰ ਨਾਓ, ਠੀਕ ਹੈ। ਵੈਦਰ ਨਾਓ ਉਹ ਹੁਣ ਦੀ ਹੀ ਗੱਲ ਦੱਸ ਰਹੇ ਆਪਾਂ ਨੂੰ ਸਾਰੇ, ਉਹਨਾਂ ਨੇ ਪੈਰਾਗ੍ਰਾਫ ਦੇ ਵਿੱਚ ਕੀ ਦੱਸਿਆ ਹੈਗਾ, ਹੁਣ ਕੀ ਹੋ ਰਿਹਾ, ਠੀਕ ਆ। ਟੈਂਪਰੇਚਰ ਉਹ ਕਹਿੰਦੇ ਇੰਨਾ ਹੁੰਦਾ ਵਾ, ਠੀਕ ਹੈ, ਜੁਲਾਈ ਦੇ ਵਿੱਚ ਇੰਨਾ ਹੁੰਦਾ ਹੈਗਾ, ਜੂਨ 'ਚ ਇੰਨਾ ਹੁੰਦਾ ਵਾ, ਉਹ ਸਾਰਾ ਕੁਝ ਦੱਸਿਆ। ਉਹ ਨੋਰਮਸ ਡੇ ਨਾਲ ਉਹ ਕਹਿੰਦੇ ਇੰਨਾ ਕੀ ਘੱਟ ਹੁੰਦਾ ਵਾ, ਠੀਕ ਆ। ਅਤੇ ਇਹ ਸਾਰੀਆਂ ਗੱਲਾਂ ਆਪਾਂ ਨੂੰ ਹੁਣ ਦੇ ਯੂਕੇ ਦਾ ਜਿਹੜਾ ਹੁਣ ਟੈਂਪਰੇਚਰ ਆ ਉਹਦਾ ਦੱਸਿਆ ਵਾ, ਠੀਕ ਆ। ਅਤੇ ਜਿਹੜੇ ਆਪਣੀ ਆਪਸ਼ਨ ਕੀ ਆ ਉਹ 6th ਆਊਗੀ, ਆਪਸ਼ਨ ਡੀ ਦੀ ਆਪਣੀ ਜਿਹੜੀ ਬਣੀ 6th, ਠੀਕ ਆ। ਤੇ ਜਿਹੜੀ 6th ਬਣੀ ਤੁਸੀਂ ਹੋਰ ਨਾਲ ਮੈਚ ਕਰਕੇ ਵੀ ਦੇਖ ਲਓ, ਤੁਹਾਡਾ ਮੈਚ ਨਹੀਂ ਹੋਊਗਾ, ਠੀਕ ਹੈ। ਇੱਥੋਂ ਤੱਕ ਤਾਂ ਆਪਣਾ ਹੋ ਗਿਆ, 6th ਹੋ ਗਈ। ਤਾਂ ਆਪਣੇ ਕੋਲ ਮੈਟ ਆਫਿਸ ਦੀ ਤਾਂ ਸਾਰੇ ਪੈਰਾਗ੍ਰਾਫ 'ਚ ਗੱਲ ਨਹੀਂ ਕੀਤੀ ਹੈ, ਤਾਂ ਬਿਲਕੁਲ ਹੀ ਕੱਟਿਆ ਗਿਆ। ਵੈਦਰ ਬਲੋਕਿੰਗ, ਕੋਈ ਵੈਦਰ ਬਲੋਕਿੰਗ ਦੀ ਗੱਲ ਨਹੀਂ ਨਾ ਕੀਤੀ ਸੀਗੀ, ਤਾਂ ਉਹ ਵੀ ਕੱਟਿਆ ਗਿਆ, ਠੀਕ ਆ। ਤੇ ਇਸ ਲਈ ਜਿਹੜਾ ਇਹ ਆਪਣਾ ਕੱਟਿਆ ਗਿਆ। ਹੁਣ ਆਪਾਂ ਚੱਲਦੇ ਹੈਗੇ ਹਾਂ ਪੈਰਾਗ੍ਰਾਫ ਈ ਦੇ ਵਿੱਚ। ਤੇ ਈ ਆਈ ਥਿੰਕ ਜਿਹੜੀ ਵੀਡੀਓ ਥੋੜੀ ਲੈਂਥੀ ਹੋ ਜਾਊਗੀ, ਚਲੋ ਆਪਣੇ ਕੋਲ 2 ਹੈਗੇ, ਆਪਾਂ ਜਲਦੀ ਕਰ ਲੈਣੇ ਹੈਗੇ ਆ, ਕਿਉਂ ਹੁਣ ਆਪਾਂ ਜਿਹੜਾ ਸੈਕਿੰਡ ਪਾਰਟ ਬਣਾਉਣਾ ਵੀਡੀਓ ਦਾ। ਬਲੌਕਡ ਵੈਦਰ ਡਜ਼ ਨੋਟ ਹੈਵ ਟੂ ਬੀ ਬੈਡ ਫॉर द ਯੂਕੇ। ਜਿਹੜਾ ਬਲੌਕਡ ਵੈਦਰ ਹੈ ਨਾ, ਬਲੌਕ ਵੈਦਰ ਆਪਾਂ ਗੱਲ ਕੀਤੀ ਸੀਗੀ ਨਾ, ਪੜ੍ਹਿਆ ਸੀਗਾ ਬਲੌਕ ਵੈਦਰ, ਉਹ ਕਹਿੰਦੇ ਉਹ ਬੈਡ ਨਹੀਂ ਹੈਗੇ ਯੂਕੇ ਦੇ ਲਈ, ਠੀਕ ਆ। ਦ ਗਲੋਰੀਅਸ ਸਮਰ ਆਫ 1976, ਠੀਕ ਆ। ਮਤਲਬ ਕਿਹੜੀ ਸਮਰ ਦੀ ਗੱਲ ਹੋ ਰਹੀ ਆ, ਇਹ ਮਤਲਬ ਪਾਸ ਦੀ ਗੱਲ ਹੋ ਰਹੀ ਹੈ 1976 ਵਿੱਚ, ਕੀ ਹੈ, ਕਾਊਜ਼ਡ ਬਾਈ ਦ ਸੇਮ ਫੈਨੋਮੈਨ, ਠੀਕ ਆ। ਅਤੇ ਇਸੇ ਟਰੈਂਡ ਦੇ ਕਰਕੇ ਜਿਹੜੀ ਹੋਈ ਸੀਗੀ ਉਹ ਸਮਰ ਸੀਗੀ ਜਿਹੜੀ ਜ਼ਿਆਦਾ, ਗਲੋਰੀਅਸ ਦਾ ਮਤਲਬ ਹੁੰਦਾ ਜ਼ਿਆਦਾ, ਠੀਕ ਆ, ਜਾਣੀ ਕਿ ਸ਼ਾਨਦਾਰ, ਬਹੁਤ ਜ਼ਿਆਦਾ ਸਮਰ ਜਿਹੜੀ। ਇਨ ਦੈਟ ਕੇਸ ਦ ਵੈਦਰ ਪੈਟਰਨ come to the stand still with hot rather than cold weather over the UK, ਠੀਕ ਆ। ਤਾਂ ਇਹ ਕੀ ਹੈ, hot ਹੈ ਐਜ਼ ਕੰਪੇਅਰ, ਮਤਲਬ ਕਿ ਬਜਾਏ ਕਿ ਕੋਲਡ ਰਹਿਣ ਦੇ, ਠੀਕ ਆ। even now parts of Europe ਆਰ ਸਫਰਿੰਗ ਦੇਅਰ ਹਾਈਐਸਟ ਟੈਂਪਰੇਚਰ ਫॉर ਅ ਜਨਰੇਸ਼ਨ। ਅਤੇ ਜਿਹੜਾ ਕੀ ਆ, ਈਵਨ ਉਹ ਕਹਿੰਦੇ ਕਿ ਯੂਰਪ ਦੇ ਜਿਹੜੇ ਪਾਰਟਸ ਹੈਗੇ, ਕੁਝ ਹਿੱਸੇ ਆ, ਉਹ ਸਫਰ ਕਾਹਦੇ ਨਾਲ ਕਰ ਰਹੇ ਆ, ਹਾਈਐਸਟ ਟੈਂਪਰੇਚਰ ਨਾਲ ਜਿਹੜਾ ਸਫਰ ਕਰ ਰਹੇ ਆ, ਠੀਕ ਆ। ਇਨ ਅਥੇਨ ਲਾਸਟ ਵੀਕ ਦਾ ਟੈਂਪਰੇਚਰ ਰੋਜ਼ ਟੂ, ਠੀਕ ਹੈ, ਜਿਹੜਾ ਟੈਂਪਰੇਚਰ ਕੀ ਉਹ ਵੱਧ ਗਿਆ ਸੀਗਾ ਅਥੇਨ ਦੇ ਵਿੱਚ, ਠੀਕ ਆ। ਉਹ ਕੀ ਸੀਗਾ 48.5 ਸੈਲਸੀਅਸ, ਠੀਕ ਆ, 48.5 ਸੈਲਸੀਅਸ। ਅ ਟੈਂਪਰੇਚਰ ਰਿਕਾਰਡ ਫॉर ਯੂਰਪ, ਠੀਕ ਹੈ, ਯੂਰਪ ਦਾ ਜਿਹੜਾ ਇਹ ਰਿਕਾਰਡ ਆ, ਇਹ ਵਾਲਾ ਟੈਂਪਰੇਚਰ ਇੰਨਾ ਜਿਹੜਾ ਵੱਧ ਚੁੱਕਿਆ ਸੀਗਾ, ਠੀਕ ਹੈ। ਦ ਸੈਟਲਡ ਐਂਡ ਦਾ ਵਾਰਮ ਵੈਦਰ ਵਿਚ ਵੁੱਡ ਨੋਰਮਲੀ ਕੇਮ ਟੂ ਬ੍ਰਿਟੇਨ। ਜਿਹੜਾ ਸੈਟਲਡ ਹੈ ਅਤੇ ਇੱਕ ਵਾਰਮਰ ਜਿਹੜਾ ਗਰਮ ਵੈਦਰ ਹੈਗਾ, ਉਹ ਕਿੱਥੋਂ ਆਉਂਦਾ ਹੈਗਾ, ਆਏਗਾ ਬ੍ਰਿਟੇਨ ਦੇ ਵਿੱਚੋਂ, ਠੀਕ ਆ। ਪ੍ਰੀਵੀਅਰਲੀ ਵੈਸਟਰਲੀ ਵਾਈਨਸ ਇਜ਼ ਨਾਓ ਸਟਕ ਓਵਰ ਦ ਨਾਰਥ ਅਟਲਾਂਟਿਕ ਸੈਂਡਵਿਚ ਬਿਟਵੀਨ, ਇੱਕ ਮਿੰਟ, ਅਟਲਾਂਟਿਕ ਸੈਂਡਵਿਚ ਬਿਟਵੀਨ ਯੂਜ਼ਲੀ ਕੋਲਡ ਐਂਡ ਵੈਟ ਵੈਦਰ ਇਨ ਨਾਰਥ ਯੂਰਪ ਐਂਡ ਦ ਈਸਟ ਕੋਸਟ ਆਫ ਨਾਰਥ ਅਮੈਰੀਕਾ, ਠੀਕ ਆ। ਤਾਂ ਇਹ ਕੀ ਆ, ਜਿਹੜਾ ਸਟਕ ਹੋ ਗਿਆ ਕਿੱਥੇ, ਓਵਰ ਦ ਨਾਰਥ ਅਟਲਾਂਟਿਕ ਸੈਂਡਵਿਚ ਬਿਟਵੀਨ ਯੂਜ਼ਲੀ ਕੋਲਡ ਐਂਡ ਵੈਟ ਵੈਦਰ ਇਨ ਨਾਰਥ ਯੂਰਪ ਨੇ, ਇੱਥੇ ਜਿਹੜਾ ਕੀ ਆ ਸਟਕ ਹੋ ਗਿਆ, ਠੀਕ ਆ।
ਤਾਂ ਉਹਨਾਂ ਨੇ ਕਹਿ ਦਿੱਤਾ ਜਿਹੜੇ ਬਲੌਕ ਵੈਦਰ ਆ, ਠੀਕ ਆ, ਬਲੌਕ ਵੈਦਰ ਹੈਗੇ ਉਹ ਬੈਡ ਨਹੀਂ ਹੈਗੇ, ਠੀਕ ਆ। ਇਹ ਤਾਂ ਸਗੋਂ 1976 ਦੀ ਜਿਹੜੀ ਪਾਸਟ ਟਾਈਮ ਦੀ ਗਰਮੀ ਦੀ ਉਹਦੀ ਗੱਲ ਕਰ ਰਹੇ ਆ, ਠੀਕ ਆ। ਉਹ ਬਾਅਦ ਵਿੱਚ ਉਹਨਾਂ ਨੇ ਆਪਣਾ ਐਕਸਪਲੇਨ ਕੀਤਾ ਜਿਹੜੀਆਂ ਵਾਈਨਸ ਹੈਗੀਆਂ ਇੱਥੇ ਜਿਹੜੀਆਂ ਕੀ ਸਟਕ ਹੋ ਗਈਆਂ, ਠੀਕ ਆ। ਮੇਨ ਦੀ ਗੱਲ ਆਪਾਂ ਇਹ ਕਰੀਏ ਕਿ ਜਿਹੜੇ ਬਲੌਕ ਵੈਦਰ ਹੈਗੇ ਆ ਹੈ ਨਾ, ਉਹ ਬੈਡ ਨਹੀਂ ਹੈਗੇ, ਉਹ ਤਾਂ ਸਗੋਂ ਮਤਲਬ ਕਿ ਕਾਊਜ਼ ਹੈਗੇ ਆ ਕਾਹਦੇ 1976 ਦੀ ਗਰਮੀ 'ਤੇ, ਠੀਕ ਹੈ। ਜਾਣੀ ਕਿ 1976 ਵਿੱਚ ਹੋ ਸਕਦਾ ਗਰਮੀ ਜ਼ਿਆਦਾ ਪਈ ਹੋਵੇ ਅਤੇ ਇਸੇ ਕਰਕੇ ਪਈ ਆ ਬਲੌਕ ਵੈਦਰ ਕਰਕੇ, ਠੀਕ ਆ। ਤਾਂ ਹੁਣ ਆਪਾਂ ਚੱਲਦੇ ਹਾਂ ਈ ਦਾ ਮੈਚ ਕਰਨ। ਤਾਂ ਦੇਖਦੇ ਹਾਂ ਫਸਟ ਦੋ ਆਪਣੇ ਕੋਲੇ ਹੋਏ ਹੈਗੇ ਆ। ਤਾਂ ਆਪਣੇ ਕੋਲੇ ਜਿਹੜਾ ਹਾਈਸ ਅਤੇ ਲੋਜ਼ ਵੈਦਰ ਦੀ ਕੋਈ ਗੱਲ ਨਹੀਂ ਕੀਤੀ, ਠੀਕ ਆ। ਹਾਈ ਐਂਡ ਲੋ ਦੀ ਨਹੀਂ ਨਾ ਗੱਲ ਕੀਤੀ ਹੈਗੀ ਆਪਣੇ ਕੋਲੇ, ਤਾਂ ਇਹ ਆਪਣਾ ਕੱਟਿਆ ਗਿਆ। ਉਹ ਤਾਂ ਜਸਟ ਇਹ ਗੱਲ ਕੀਤੀ ਕਿ ਜਿਹੜੇ ਬਲੌਕ ਵੈਦਰ ਆ ਉਹ ਯੂਕੇ ਦੇ ਲਈ ਨਹੀਂ ਮਾੜੇ ਹੈਗੇ, ਕਿਉਂਕਿ ਬੁਰੇ ਨਹੀਂ ਹੈਗੇ, ਉਹਨਾਂ ਦਾ ਕੋਈ ਨੈਗੇਟਿਵ ਇਫੈਕਟ ਨਹੀਂ, ਕਿਉਂਕਿ ਜਿਹੜੀ 1976 ਦੇ ਵਿੱਚ ਪਾਸਟ ਟਾਈਮ ਦੀ ਗੱਲ ਹੋ ਰਹੀ ਹੈ ਕਿ ਉੱਥੇ ਜਿਹੜੀ ਗਰਮੀ ਪੈ ਰਹੀ ਸੀਗੀ ਉਹਦੇ ਕਾਰਨ ਹੀ ਆ ਜਿਹੜੇ ਬਲੌਕ ਹੋਏ ਆ, ਠੀਕ ਆ। ਤਾਂ ਉਹ ਤਾਂ ਬਾਅਦ 'ਚ ਉਹਨਾਂ ਨੇ ਆਪਾਂ ਨੂੰ ਦੱਸਤਾ ਕਿ ਜਿਹੜੀਆਂ ਵਾਈਨਸ ਇੱਥੇ ਸਟਕ ਹੋ ਗਈਆਂ ਸੀਗੀਆਂ, ਠੀਕ ਆ। ਤਾਂ ਇਹ ਵੀ ਆਪਣਾ ਜਿਹੜਾ ਥਰਡ ਵੀ ਕੱਟਿਆ ਗਿਆ, ਠੀਕ ਆ। ਅਤੇ ਹੁਣ ਆਪਣੇ ਕੋਲ ਕੀ ਆ ਗਿਆ, ਰਿਕਾਰਡ ਯੂਕੇ ਟੈਂਪਰੇਚਰ। ਯੂਕੇ ਦਾ ਕੋਈ ਟੈਂਪਰੇਚਰ ਰਿਕਾਰਡ ਨਹੀਂ ਕੀਤਾ ਗਿਆ, ਇਹ ਵੀ ਆਪਣਾ ਜਿਹੜਾ ਕੱਟਿਆ ਗਿਆ। ਦ ਵੈਦਰ ਨਾਓ ਐਂਡ ਇਨ ਦ ਫਿਊਚਰ, ਠੀਕ ਹੈ, ਇਹ ਵੀ ਕੱਟਿਆ ਗਿਆ। ਦ ਵੈਦਰ ਨਾਓ, ਹੁਣ ਦਾ ਵੈਦਰ, ਇਹ ਆਪਣੀ ਆਪਸ਼ਨ ਹੋਈ ਹੈਗੀ ਹੈ, ਠੀਕ ਆ। ਅਤੇ ਇਹਨੂੰ ਆਪਾਂ ਲਾ ਨਹੀਂ ਸਕਦੇ। ਮੈਟ ਆਫਿਸ ਫੋਰਕਾਸਟ, ਜਿਹੜਾ ਮੈਟ ਆਫਿਸ ਫੋਰਕਾਸਟ ਆ ਉਹਦੀ ਆਪਾਂ ਨੂੰ ਕੋਈ ਗੱਲ ਨਹੀਂ ਕੀਤੀ, ਠੀਕ ਹੈ। ਮੈਟ ਆਫਿਸ ਦਾ ਤਾਂ ਨੇਮ ਹੀ ਨਹੀਂ ਆਇਆ। ਅਤੇ ਅੱਗੇ ਆਪਣੇ ਕੋਲ ਲਾਸਟ ਆਪਸ਼ਨ ਕੀ ਆ, ਲਾਸਟ ਆਪਣੇ ਕੋਲ ਹੈਗੀ ਹੈ ਦ ਵੈਦਰ ਬਲੋਕਿੰਗ ਇਨ ਦ, ਇੱਕ ਮਿੰਟ, ਵੈਦਰ ਬਲੋਕਿੰਗ ਇਨ ਦਾ ਪਾਸਟ। ਤਾਂ ਦੇਖੋ ਜਿਹੜਾ ਵੈਦਰ ਆ ਉਹਦੀ ਬਲੋਕਿੰਗ ਦੀ ਵੀ ਗੱਲ ਹੋਈ ਸੀ, ਇਨ ਦਾ ਪਾਸਟ 1976 ਦੀ ਗੱਲ ਹੋਈ ਸੀ ਨਾ ਆਪਣੇ ਕੋਲ ਗਰਮੀ ਦੀ। 1976 ਦੀ ਗਰਮੀ ਜਿਹੜੀ ਉਹਨਾਂ ਨੇ ਸਾਰੀ ਐਕਸਪਲੇਨ ਕੀਤੀ ਆਪਣੇ ਕੋਲ ਉਸ ਪੈਸੇ ਦੇ ਵਿੱਚ ਵੈਦਰ ਬਲੋਕਿੰਗ ਦੀ ਵਜ੍ਹਾ ਦੇ ਨਾਲ, ਠੀਕ ਆ। ਤਾਂ ਆਨਸਰ ਕੀ ਬਣਦਾ ਆਪਣਾ, ਵੈਦਰ ਬਲੋਕਿੰਗ ਇਨ ਦਾ ਪਾਸਟ, ਦੇਖੋ, ਠੀਕ ਆ। ਤਾਂ ਇਹਦਾ ਆਪਣਾ ਜਿਹੜਾ 8th ਆ ਗਿਆ। ਹੁਣ ਲਾਸਟ ਆਪਣੇ ਕੋਲ ਬਚਿਆ ਪੈਰਾਗ੍ਰਾਫ F, ਉਹ ਆਪਾਂ ਕਰਦੇ ਹੁਣ, ਠੀਕ ਆ। ਪੈਰਾਗ੍ਰਾਫ F ਪੜ੍ਹਦੇ ਹਾਂ। ਬੇਸਿਕਲੀ ਸੇਜ਼ ਮਿਸ ਮਾਈਲਸ, ਠੀਕ ਹੈ, ਕਿਸੇ ਪਰਸਨ ਦਾ ਨਾਮ, ਉਹਨੇ ਇਹ ਕਿਹਾ ਹੈਗਾ, you got low pressure centered on the UK and eastern USA and two huge high pressure areas center on Atlantic and Balkans, ਠੀਕ ਆ। ਤਾਂ ਕਿਸੇ ਪਰਸਨ ਨੇ ਜਿਹੜਾ ਕਿ ਐਕਸਪਲੇਨ ਕੀਤਾ ਕਿ ਤੁਸੀਂ low pressure center on the UK and the eastern USA and two huge high pressure, ਤੁਸੀਂ ਉੱਥੇ ਜਿਹੜਾ ਹਾਈ ਪ੍ਰੈਸ਼ਰ ਕਰ ਸਕਦੇ ਆ, center on the Atlantic and the Balkans, ਠੀਕ ਆ। ਜਿਹੜੇ ਆਪਾਂ ਨੂੰ ਸੈਂਟਰ ਦੱਸੇ ਹੈਗੇ ਆ ਵੀ ਇੱਥੇ ਲੋ ਆ ਟੈਂਪਰੇਚਰ, ਇੱਥੇ ਹਾਈ ਹੈ, ਠੀਕ ਆ। ਨੋਰਮਲੀ ਹਾਈ ਅਲਟੀਟਿਊਡ ਵਾਈਂਡਸ ਵੁੱਡ ਬਲੋ ਵੈਸਟ ਟੂ ਈਸਟ ਐਂਡ ਬ੍ਰਿੰਗ ਦਾ ਵੈਦਰ ਵਿਦ ਦੈਮ, ਠੀਕ ਆ। ਜਿਹੜੀਆਂ ਨਾਰਮਲੀ ਹਾਈ ਵਾਈਂਡਸ ਹੈਗੀਆਂ ਉਹ ਕੀ ਆ, ਬਲੋ ਕਿੱਧਰ ਤੋਂ ਕਿੱਧਰ ਨੂੰ ਜਾਂਦੀਆਂ, ਵੈਸਟ ਟੂ ਈਸਟ ਨੂੰ ਜਾਂਦੀਆਂ ਹੈਗੀਆਂ, ਬ੍ਰਿੰਗ ਦਾ ਵੈਦਰ ਵਿਦ ਦੈਮ, ਅਤੇ ਆਪਦੇ ਨਾਲ ਕੀ ਵੈਦਰ ਲੈ ਕੇ ਆਉਂਦੀਆਂ ਹੈਗੀਆਂ, ਕਿੱਦਾਂ ਦੀ ਉਹਨਾਂ ਦੀ ਕੰਡੀਸ਼ਨ ਆ, ਠੀਕ ਆ, ਉੱਦਾਂ ਦਾ ਉਹ ਵੈਦਰ ਲੈ ਕੇ ਆਉਂਦੀਆਂ। ਦੇ ਫਰੋਮ ਵੇਵਸ, so in somewhere like the UK we usually get alternative high and low pressure system। ਤਾਂ ਤੁਸੀਂ ਕੀ ਕਰ ਸਕਦੇ ਆ, ਜਿਹੜੀਆਂ ਦੇਖੋ ਵਾਈਂਡਸ ਹੈਗੀਆਂ ਉਹ ਵੈਸਟ ਤੋਂ ਜਿਹੜੀਆਂ ਈਸਟ ਨੂੰ ਜਾਂਦੀਆਂ ਉਹ ਵੈਦਰ ਲੈ ਕੇ ਆਉਂਦੀਆਂ। ਦੇਖੋ ਜੇ ਤਾਂ ਉਹ ਗਰਮ ਹੈਗੀਆਂ ਤਾਂ ਗਰਮ ਵੈਦਰ ਆਊਗਾ, ਜੇ ਉਹ ਮਤਲਬ ਕਿ ਠੰਡੀਆਂ ਹੈਗੀਆਂ ਤਾਂ ਜਿਹੜਾ ਠੰਡਾ ਵੈਦਰ ਆਊਗਾ, ਠੀਕ ਆ। ਉਹਦੀ ਉਹ ਆਪਣੇ ਸਮਝਾ ਰਹੇਗਾ। ਤਾਂ ਇੱਥੇ ਉਹਨਾਂ ਨੇ ਕੀ ਕਹਿਤਾ, ਯੂਕੇ ਐਂਡ ਯੂਜ਼ਲੀ ਗੈਟ ਅਲਟਰਨੇਟਿਵ ਹਾਈ ਐਂਡ ਲੋ ਪ੍ਰੈਸ਼ਰ ਸਿਸਟਮ। ਤਾਂ ਤੁਸੀਂ ਅਲਟਰਨੇਟਿਵਲੀ ਇਹ ਹੀ ਪਾਓਗੇ ਕਿ ਕਿਤੇ ਹਾਈ ਆ ਕਿਤੇ ਲੋ ਆ, ਠੀਕ ਆ, ਪ੍ਰੈਸ਼ਰ ਉਹ ਵਾਈਂਡਸ ਦੀ ਵਜ੍ਹਾ ਦੇ ਨਾਲ ਆ, ਠੀਕ ਆ। ਪਾਸਿੰਗ ਓਵਰ ਅਸ, ਵੀ ਜਿਹੜਾ ਸਾਡੇ ਕੋਲ ਦੀ ਜਾ ਰਿਹਾ ਉਹ ਵੈਦਰ ਕਿਤੇ ਹੋਊਗਾ ਠੰਡਾ ਕਿਤੇ ਹੋਊਗਾ ਗਰਮ, ਠੀਕ ਆ, ਮਤਲਬ ਹਾਈ ਜ਼ਿਆਦਾ ਜਾਂ ਲੋ ਥੋੜ੍ਹਾ, ਠੀਕ ਆ। ਦੀਸ ਬ੍ਰਿੰਗ ਸਕਸੈਸਫੁਲੀ ਵਾਰਮ ਐਂਡ ਸਨੀ, ਠੀਕ ਆ। ਤਾਂ ਇਹ ਗਰਮ ਅਤੇ ਸਨੀ ਹੋ ਸਕਦੀਆਂ। ਦੈਨ ਕੋਲਡਰ ਐਂਡ ਵੈਟਰ ਵੈਦਰ, ਠੀਕ ਆ। ਇਹ ਕੋਲਡ ਵੀ ਹੋ ਸਕਦੀਆਂ, ਵਾਰਮ ਵੀ ਹੋ ਸਕਦੀਆਂ, ਸਨੀ ਵੀ ਹੋ ਸਕਦੀਆਂ, ਠੀਕ ਆ। ਦੇਰ ਇਜ਼ ਪ੍ਰੀਟੀ ਫਿਕਸਡ ਬਾਊਂਡਰੀ ਬਿਟਵੀਨ ਟੂ, ਠੀਕ ਆ। ਅਤੇ ਇਹਨਾਂ 'ਚ ਕੋਈ ਜਿਹੜੀ ਹੈਗੀ ਆ ਪ੍ਰੀਟੀ ਫਿਕਸਡ ਬਾਊਂਡਰੀ ਹੈਗੀ ਹੈ, ਠੀਕ ਹੈ, ਇਹਨਾਂ ਜਿਹੜੀਆਂ ਮਤਲਬ ਕਿ ਇਹ ਵਾਈਫਸ ਦੇ ਵਿੱਚ ਹੈਗੀਆਂ। ਬਟ ਦਿਸ ਈਅਰ ਦਾ ਵੇਵਸ ਹੈਵ ਬੀਨ ਮੋਰ ਪ੍ਰੋਨਾਊਂਸਡ, ਠੀਕ ਆ। ਪਰ ਜਿਹੜੀਆਂ ਈਅਰ ਦੇ ਵਿੱਚ ਕੀ ਹੈਗੀਆਂ ਵੇਵਸ ਕੀ ਆ, ਮੋਰ ਪ੍ਰੋਨਾਊਂਸਡ ਹੈਗੀਆਂ। ਦਾ ਵੇਵਸ ਬਿਕਮ ਆ ਬਿਗ, ਤਾਂ ਜਿਹੜੀਆਂ ਕੀ ਵੇਵਸ ਜਿਹੜੀਆਂ ਹੈਗੀਆਂ ਇਹ ਹਵਾਵਾਂ ਦੀ ਗੱਲ ਕਰ ਰਹੇ ਆ, ਠੀਕ ਆ। ਵੇਵਸ ਬਿਕਮ ਆ ਬਿਗ, ਦੇ ਟਰਨ ਇਨਟੂ ਸੈਲਸ, ਠੀਕ ਆ। ਤਾਂ ਉਹ ਕੀ ਬਿਗ ਹੋ ਗਈਆਂ, ਕਾਹਦੇ ਵਿੱਚ ਕੀ ਟਰਨ ਕਾਹਦੇ ਵਿੱਚ ਕਰ ਗਈਆਂ, ਸੈਲਸ ਦੇ ਵਿੱਚ। ਐਂਡ ਦਾ ਵਾਈਨਸ ਵਿਦ ਇਨ ਦੈਮ ਗੋਇੰਗ ਅਰਾਊਂਡ ਇਨ ਦਾ ਸਰਕਲਸ, ਤੇ ਜਿਹੜੀਆਂ ਉਹਨਾਂ ਦੇ ਅਰਾਊਂਡ ਜਿਹੜੀਆਂ ਵਾਈਵਸ ਜਿਹੜੀਆਂ ਸੀਗੀਆਂ ਵਾਈਨਸ, ਠੀਕ ਆ, ਉਹ ਕੀ ਆ ਗੋਇੰਗ ਇੱਕ ਰਾਊਂਡ ਸਰਕਲ ਦੇ ਵਿੱਚ ਜਿਹੜੀਆਂ ਹੈਗੀਆਂ ਚਲੀਆਂ ਗਈਆਂ, ਠੀਕ ਆ। The normal west to east winds stop and the weather remains static for some time। ਜਦੋਂ ਉਹ ਸਟਕ ਕਰਦੀਆਂ ਹੈਗੀਆਂ ਨੋਰਮਲ ਵੈਸਟ ਟੂ ਈਸਟ ਜਿਹੜੀਆਂ ਵਾਈਨ ਸਟੋਪ ਰੁਕ ਜਾਂਦੀਆਂ ਹੈਗੀਆਂ, ਜਿਹੜਾ ਵੈਦਰ ਰਮੇਨ ਸਟੇਟਿੰਗ ਫॉर ਸਮ ਟਾਈਮ, ਠੀਕ ਆ। ਅਤੇ ਜਿਹੜਾ ਵੈਦਰ ਵੀ ਆ ਉਹ ਵੀ ਸਟੈਟਿਕ ਹੋ ਜਾਂਦਾ ਹੈ, ਠੀਕ ਆ। ਇਟ ਕੁਡ ਸਟੇ ਲਾਈਕ ਦਿਸ ਫॉर ਦਾ ਹੋਲ ਸਮਰ, ਠੀਕ ਆ। ਅਤੇ ਇਹ ਜਿਹੜੇ ਹੋਲ ਸਮਰ ਦੇ ਲਈ ਵੀ ਸਟੇ ਕਰ ਸਕਦੇ।
ਤਾਂ ਹੁਣ ਆਪਾਂ ਜਿਹੜਾ ਐਫ ਪੈਰਾਗ੍ਰਾਫ ਦੇ ਵਿੱਚ ਕੀ ਪੜ੍ਹਿਆ ਕਿ ਇੱਕ ਪਰਸਨ ਨੇ ਜਿਹੜਾ ਕਿ ਆਪਣਾ ਐਕਸਪਲੇਨ ਕੀਤਾ ਹੈਗਾ ਗਾ ਕਿ ਜਿਹੜਾ ਟੈਂਪਰੇਚਰ ਆ ਉਹ ਜਿਹੜਾ ਉਹਨਾਂ ਵਾਈਡਸ ਦੇ ਨਾਲ ਵੇਵਸ ਦੇ ਨਾਲ ਹੋ ਰਿਹਾ, ਵਾਈਂਡਸ ਦੇ ਨਾਲ ਹੋ ਰਿਹਾ, ਹਵਾਵਾਂ ਦੇ ਨਾਲ ਹੋ ਰਿਹਾ, ਜਿਹੜੀ ਵੈਸਟ ਟੂ ਈਸਟ ਨੂੰ ਜਾਂਦੀ। ਮੇਨ ਗੱਲ ਇਹ ਪੜ੍ਹੀ ਸੀ ਨਾ, ਵੈਸਟ ਟੂ ਈਸਟ ਨੂੰ ਜਾਣ ਵਾਲੀਆਂ, ਠੀਕ ਆ। ਤਾਂ ਉਹਨਾਂ ਨਾਲ ਕੀ ਹੁੰਦਾ, ਜੇ ਤਾਂ ਉਹ ਹੈਗੀਆਂ ਮਤਲਬ ਕੋਲਡ, ਤਾਂ ਜਿਹੜਾ ਜੇ ਉਹ ਮਤਲਬ ਕਿ ਕੋਲਡ ਆ ਤਾਂ ਹਾਈ ਟੈਂਪਰੇਚਰ, ਜੇ ਉਹ ਠੰਡੀਆਂ ਤਾਂ ਫਿਰ ਠੀਕ ਆ ਠੰਡਾ ਟੈਂਪਰੇਚਰ, ਉਸ ਹਿਸਾਬ ਦੇ ਨਾਲ ਉਹ ਟੈਂਪਰੇਚਰ ਲੈ ਕੇ ਆਉਂਦੀਆਂ। ਮੇਨ ਗੱਲ ਆਪਾਂ ਇੱਥੇ ਆ ਵੇਖੋ ਇਹ ਪੜ੍ਹੀ ਸੀਗੀ ਕਿ ਬਲੋ ਵੈਸਟ ਟੂ ਈਸਟ ਐਂਡ ਬ੍ਰਿੰਗ ਵੈਦਰ ਵਿਦ ਦੈਮ, ਉਹ ਆਪਣੇ ਨਾਲ ਵੈਦਰ ਲੈ ਕੇ ਆਉਂਦੀਆਂ, ਉਹਨਾਂ ਦੀ ਵਜ੍ਹਾ ਨਾਲ ਜਿਹੜਾ ਵੈਦਰ ਚੇਂਜ ਹੁੰਦਾ। ਅਤੇ ਜਦੋਂ ਆਪਣੇ ਕੋਲ ਵੈਦਰ ਆ ਉਹ ਲੋ ਵੀ ਹੋ ਸਕਦਾ, ਹਾਈ ਵੀ ਹੋ ਸਕਦਾ, ਠੀਕ ਹੈ। ਜਿਹੜਾ ਆਪਣੇ ਕੋਲ ਦੀ ਪਾਸ ਹੁੰਦਾ ਵਾ ਉਹ ਲੋ ਵੀ ਹੋ ਸਕਦਾ, ਹਾਈ ਵੀ ਹੋ ਸਕਦਾ, ਠੀਕ ਹੈ। ਕੋਲਡਰ ਹੋ ਸਕਦਾ, ਸਨੀ ਹੋ ਸਕਦਾ, ਵੈਟ ਹੋ ਸਕਦਾ, ਠੀਕ ਆ। ਉਹ ਸਾਰੇ ਆਪਾਂ ਨੂੰ ਦੱਸਿਆ। ਹੁਣ ਆਪਾਂ ਚੱਲਦੇ ਹੈਗੇ ਆ ਸਟੇਟਮੈਂਟ 'ਤੇ ਮੈਚ ਕਰਨ। ਇੱਕ ਵਾਰੀ ਆਪਾਂ ਜਿਹੜਾ ਸਾਰਾ ਕਲੀਨ ਕਰ ਲਈਏ, ਠੀਕ ਆ, ਫਿਰ ਮੈਚ ਕਰਦੇ ਹਾਂ। ਹੁਣ ਇੱਕ ਵਾਰੀ ਨਾ ਆਪਾਂ ਜਿਹੜਾ ਆਪਣੀਆਂ ਆਪਸ਼ਨਾਂ ਹੋਈਆਂ ਸੀਗੀਆਂ ਉਹਨਾਂ ਨੂੰ ਕੱਟ ਲਈਏ, ਠੀਕ ਆ। ਤਾਂ ਆਪਣੀ ਜਿਹੜੀ ਫਸਟ ਦੀ ਆਪਸ਼ਨ ਸੀਗੀ ਉਹ ਸੈਕਿੰਡ ਸੀਗੀ, ਹੈ ਨਾ, ਉਹ ਵੀ ਆਪਣੀ ਕੱਟੀ ਗਈ। ਅਤੇ ਜਿਹੜੀ ਆਪਣੇ ਕੋਲ ਸੀ ਦੀ ਸੀਗੀ ਉਹ ਫਸਟ ਸੀਗੀ, ਠੀਕ ਆ। ਅਤੇ ਆਪਣੇ ਕੋਲ ਜਿਹੜੀ ਥਰਡ ਦੀ ਆਪਾਂ ਫਾਈਂਡ ਕੀਤੀ ਸੀ ਉਹ ਸਿਕਸਥ ਕੀਤੀ ਸੀ ਨਾ, ਵੈਦਰ ਨਾਓ, ਇਹ ਕੱਟੀ ਗਈ, ਠੀਕ ਆ। ਅਤੇ ਜਿਹੜੀ ਆਪਣੇ ਕੋਲ ਸੀਗੀ ਆਪਣੇ ਕੋਲ ਈ ਦੀ ਸੀਗੀ, ਹੈ ਨਾ, ਉਹ 8th ਸੀਗੀ, ਈ ਪੈਰਾਗ੍ਰਾਫ ਦੀ 8th ਸੀ, ਇਹ ਵੀ ਕੱਟੀ ਗਈ। ਤਾਂ ਹੁਣ ਆਪਣੇ ਕੋਲ ਜਿਹੜੀ ਲਾਸਟ ਐਫ ਰਹਿ ਗਈ, ਐਫ ਮੈਚ ਕਰਨੀ ਹੈ, ਠੀਕ ਆ। ਤਾਂ ਐਫ ਮੈਚ ਕਰਦੇ ਹਾਂ। ਮੈਟ ਆਫਿਸ ਫੋਰਕਾਸਟ, ਇਹ ਤਾਂ ਆਪਣੇ ਕੋਲ ਹੋ ਹੀ ਨਹੀਂ ਸੀ, ਮੈਟ ਆਫਿਸ ਦਾ ਕੋਈ ਨਾਂ ਨਹੀਂ ਨਾ ਲਿਆ ਗਿਆ ਸੀ, ਪੂਰੇ ਪੈਰਾਗ੍ਰਾਫ ਦੇ ਵਿੱਚ ਕੱਟਿਆ ਗਿਆ, ਠੀਕ ਆ। ਉਹ ਤਾਂ ਸਿਰਫ ਵਾਈਂਡਸ ਦੀ ਗੱਲ ਦੱਸ ਰਿਹਾ ਕਿ ਇਹ ਵਾਲੀਆਂ ਹਵਾਵਾਂ ਜਿਹੜੀਆਂ ਆਪਦੇ ਨਾਲ ਵੈਦਰ ਲੈ ਕੇ ਆਉਂਦੀਆਂ, ਠੰਡਾ, ਗਰਮ, ਸਨੀ, ਕੋਲਡ, ਜੋ ਵੀ ਹੈ, ਹੈ ਨਾ, ਇਹ ਗੱਲ ਹੋਈ ਸੀ ਆਪਣੀ। ਤਾਂ ਅੱਗੇ ਕੀ ਆਪਣੇ ਕੋਲ ਦਾ ਵੈਦਰ ਨਾਓ ਐਂਡ ਇਨ ਫਿਊਚਰ ਦੀ ਕੋਈ ਗੱਲ ਨਹੀਂ ਹੋਈ ਸੀ, ਇਹ ਵੀ ਕੱਟਿਆ ਗਿਆ। ਰਿਕਾਰਡ ਯੂਕੇ ਟੈਂਪਰੇਚਰ, ਕੋਈ ਯੂਕੇ ਦੇ ਟੈਂਪਰੇਚਰ ਦਾ ਕੋਈ ਰਿਕਾਰਡ ਨਹੀਂ ਆਪਾਂ ਨੂੰ ਸ਼ੋਅ ਕੀਤਾ ਗਿਆ, ਇਹ ਵੀ ਕੱਟਿਆ ਗਿਆ। ਤਾਂ ਥਰਡ ਆਪਸ਼ਨ ਆਪਣੇ ਕੋਲ ਜਿਹੜੀ ਲੈਫਟ ਆ ਗਈ, ਆਂਸਰ ਤਾਂ ਪਤਾ ਚੱਲ ਗਿਆ ਇਹ ਆ। ਹੁਣ ਦੇਖ ਲਈਏ ਪੜ੍ਹ ਕੇ ਵੀ ਮੈਚ ਹੁੰਦਾ ਕਿ ਨਹੀਂ। ਦਾ ਹਾਈਜ਼ ਐਂਡ ਲੋਜ਼ ਆਫ ਵੈਦਰ, ਤਾਂ ਵੈਦਰ ਜਿਹੜਾ ਹਾਈ ਅਤੇ ਲੋ, ਉਹੀ ਦੱਸਿਆ ਆਪਾਂ ਨੂੰ ਕਿ ਜਿਹੜੀਆਂ ਵਾਈਂਡਸ ਹੈਗੀਆਂ ਉਹ ਲੋ ਅਤੇ ਹਾਈ ਵੈਦਰ ਲੈ ਕੇ ਆਉਂਦੀਆਂ ਹੈਗੀਆਂ, ਠੀਕ ਆ। ਜਸਟ ਆਪਾਂ ਜਿਹੜਾ ਉਹੀ ਪੜ੍ਹਿਆ ਹੈਗਾ ਵੀ ਕਿਤੇ ਲੋ ਹੋ ਜਾਂਦਾ, ਕਿਤੇ ਸਨੀ ਹੋ ਜਾਂਦਾ, ਕਿਤੇ ਕੋਲਡਰ ਹੋ ਜਾਂਦਾ, ਕਿਤੇ ਵੈਟਰ ਹੋ ਜਾਂਦਾ, ਉਹ ਆਪਾਂ ਨੂੰ ਸਾਰਾ ਕੁਝ ਦੱਸਿਆ ਸੀਗਾ। ਅਤੇ ਜਿਹੜੀ ਆਪਣੀ ਥਰਡ ਆਪਸ਼ਨ ਮੈਚ ਕਰੂਗੀ ਇਹਦੇ ਨਾਲ, ਠੀਕ ਆ। ਤਾਂ ਮੈਨੂੰ ਅੱਜ ਦੀ ਜਿਹੜੀ ਆਪਾਂ ਲਿਸਟ ਆਫ ਹੈਡਿੰਗ ਦੇ ਵਿੱਚ ਜਿਹੜੇ ਸਾਰੇ ਆਂਸਰ ਇੱਦਾਂ ਫਾਈਂਡ ਕਰ ਲਏ ਹੈਗੇ ਆ। ਤਾਂ ਆਪਣਾ ਜਿਹੜਾ ਅੱਜ ਦਾ ਇਹੀ ਸੀਗਾ, ਆਪਾਂ ਇੱਦਾਂ ਕਰਨੀਆਂ ਸੀਗੀਆਂ। ਤਾਂ ਆਈ ਹੋਪ ਜਿਹੜੀ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਈ ਹੋਗੀ। ਅੱਜ ਵੀਡੀਓ ਦੀ ਥੋੜੀ ਲੈਂਥ ਜ਼ਿਆਦਾ ਹੋਗੀ, ਲਿਸਟ ਆਫ ਹੈਡਿੰਗ ਸੀ, ਕੁਐਸਚਨ ਵੀ 5 ਸੀਗੇ, ਠੀਕ ਆ। ਤਾਂ ਇਸ ਤਰੀਕੇ ਨਾਲ ਅਤੇ ਆਪਾਂ ਤੁਸੀਂ ਇੱਦਾਂ ਹੀ ਕਰਨਾ ਹੈਗਾ ਗਾ, ਹੈ ਨਾ, ਵੀ ਪਹਿਲਾਂ ਜਿਹੜੀਆਂ ਹੈਡਿੰਗਸ ਨਹੀਂ ਦੇਖਣੀਆਂ, ਸਿੱਧਾ ਪੈਰਾਗ੍ਰਾਫ ਪੜ੍ਹਨਾ। ਅਤੇ ਇੱਕ ਜਿਹੜੀ ਇਹ ਵਾਲੀ ਹੈਬਿਟ ਆਪਣੀ ਤੁਸੀਂ ਪਲੀਜ਼ ਅਵੋਇਡ ਕਰੋ, ਜਿਹੜੀ ਤੁਸੀਂ 2 ਲਾਈਨਸ ਉੱਪਰੋਂ ਪੜ੍ਹਦੇ ਆ ਜਾਂ 2 ਲਾਈਨਸ ਨੀਚੋਂ ਪੜ੍ਹਦੇ ਆ, ਠੀਕ ਆ। ਅਤੇ ਇੱਦਾਂ ਨਹੀਂ ਆਂਸਰ ਫਾਈਂਡ ਹੁੰਦਾ ਹੈਗਾ, ਪੂਰਾ ਤੁਹਾਨੂੰ ਪੜ੍ਹਨਾ ਹੀ ਪਊਗਾ। ਜਦੋਂ ਤੁਹਾਨੂੰ ਲਿਸਟ ਆਫ ਹੈਡਿੰਗ ਹੈ, ਇੱਕ ਹੀ ਪੈਰਾਗ੍ਰਾਫ 'ਚ ਆਉਂਦੇ ਹੁੰਦੇ ਐਗਜ਼ਾਮ ਦੇ ਵਿੱਚ, ਠੀਕ ਹੈ। ਜੇ 3 ਪੈਰਾਗ੍ਰਾਫ ਤੋਂ ਇੱਕ 'ਚ ਹੀ ਆਉਣਗੇ, ਠੀਕ ਆ। ਅਤੇ ਆਉਂਦੇ ਵੀ ਇੱਦਾਂ ਹੀ ਹੁੰਦੇ ਆ, ਬਸ 2 ਜਾਂ 3 ਜਾਂ 4, 3 ਜਾਂ 4, ਠੀਕ ਆ, ਇੰਨੇ ਕੀ ਹੁੰਦੇ ਨੇ। 5 ਵੀ ਆ ਗਏ ਤੁਹਾਨੂੰ, ਤਾਂ ਤੁਸੀਂ ਜੇ ਤੁਸੀਂ 5 ਉਹ ਇੱਕ ਵਾਰੀ ਸਾਰਾ ਪੈਸੇਜ ਹੀ ਪੜ੍ਹ ਲਿਆ, ਤਾਂ ਬਾਅਦ 'ਚ ਫਿਲਨ ਦੀ ਬਲੈਂਕਸ ਜਾਂ ਟਰੂ ਫਾਲਸ ਰਹਿ ਗਏ ਨੀਚੇ, ਹੈ ਨਾ, ਤਾਂ ਉਹ ਤੁਸੀਂ ਈਜ਼ੀਲੀ ਕਰ ਲਓਗੇ ਜਦੋਂ ਤੁਹਾਡਾ ਸਾਰਾ ਪੈਸੇਜ ਪੜ੍ਹਿਆ ਹੋਊਗਾ, ਠੀਕ ਆ। ਤਾਂ ਆਪਾਂ ਨੂੰ ਪਤਾ ਵੀ ਲੱਗ ਜਾਂਦਾ ਇਸ ਪੈਰੇ 'ਚ ਇਸ ਚੀਜ਼ ਦੀ ਗੱਲ ਹੋਈ ਹੈ, ਇਸ ਪੈਰੇ 'ਚ ਇਸ ਚੀਜ਼ ਦੀ ਗੱਲ ਹੋਈ ਹੈ, ਠੀਕ ਆ। ਤਾਂ ਇਸ ਤਰੀਕੇ ਨਾਲ ਜਿਹੜਾ ਆਪਾਂ ਲਿਸਟ ਆਫ ਹੈਡਿੰਗਸ ਕਰਨੀਆਂ ਵਾ। ਤਾਂ ਆਈ ਹੋਪ ਜਿਹੜੀ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਏਗੀ। ਤਾਂ ਇਹ ਨਾ ਇੱਕ ਸਟੂਡੈਂਟ ਦੀ ਸੀਗੀ ਕਿ ਰੀਡਿੰਗ ਉਹਨਾਂ ਨੂੰ ਮਤਲਬ ਕਿ ਡਿਫੀਕਲਟ ਲੱਗੀ ਹੈ। ਤਾਂ ਆਈ ਹੋਪ ਇਹ ਦੇਖਣ ਵੀਡੀਓ ਨੂੰ ਵਾਚ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਪਤਾ ਚੱਲ ਜਾਏਗਾ ਕਿ ਕਿੱਦਾਂ ਕਰਨੀ ਹੈਗੀ ਆ, ਅਤੇ ਕਿੱਦਾਂ ਆਪਾਂ ਜਿਹੜੀ ਡਿਫੀਕਲਟ ਰੀਡਿੰਗ ਨੂੰ ਵੀ ਈਜ਼ੀ ਬਣਾ ਸਕਦੇ ਹਾਂ। ਥੈਂਕਸ ਫੋਰ ਵਾਚਿੰਗ।